एक ਉਹ ਸਿੰਗਰ ਇੱਕ ਉਹ ਗਾਇਕ ਜਿਸ ਨੇ ਇੰਟਰਨੈਸ਼ਨਲ ਲੈਵਲ ਤੇ ਧੂਮਾਂ ਪਾਈਆਂ ਨੇ, ਇੱਕ ਨਾਮਣਾ ਖੱਟਿਆ, ਪਰ ਉਸ ਨੂੰ ਖਾਲਿਸਤਾਨੀ ਕਹਿ ਕੇ ਉਸ ਦੇ ਪੋਸਟਰ ਤੱਕ ਪਾੜੇ ਗਏ। ਗੱਲ ਕਰ ਰਹੇ ਹਾਂ ਸਿੰਗਰ ਸ਼ੁਭ ਦੀ। ਇੱਕ ਸਿੰਗਰ, ਪੰਜਾਬੀ ਸਿੰਗਰ, ਧਰਮ ਉਹਦਾ ਸਿੱਖ ਆ, ਸ਼ੋਭਾ 22 ਸਾਲ ਦਾ ਦੁਨੀਆ ਦੇ ਵਿੱਚ ਛਾਇਆ ਪਿਆ। ਲੋਕੀ ਤੇ ਮਹਿਸੂਸ ਕਰਦੇ ਨਾ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਵਰਲਡ ਵਾਈਡ ਜੇ ਕਿਸੇ ਮੁੰਡੇ ਦੀ ਜਗ੍ਹਾ ਬਣੀ ਆ, ਉਹ ਸ਼ੁਭ ਦੀ ਆ। ਸ਼ੁਭ ਨੇ ਅਜਿਹਾ ਕੀ ਜੁਰਮ ਕਰ ਦਿੱਤਾ ਹੈਗਾ ਕਿ ਬੀਜੇਪੀ ਵਾਲੇ ਉਹਨਾਂ ਨੂੰ ਕਾਹਦੀ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਉਹਦੇ ਪੋਸਟਰ ਪਾੜ ਦਿੱਤੇ ਗਏ ਅਤੇ ਮੁਕੱਦਮਾ ਦਰਜ ਕਰ ਦਿੱਤਾ ਜਾਵੇ ਜੀ, ਇਹਦਾ ਪ੍ਰੋਗਰਾਮ ਨਾ ਹੋਣ ਦਿੱਤਾ ਜਾਵੇ। ਤੇ ਜਦੋਂ ਦੇਸ਼ ਦੇ ਅੰਦਰ ਜਦ ਤੁਸੀਂ ਕਹਿੰਦੇ ਕਿ ਵਨ ਨੇਸ਼ਨ ਵਨ ਲੈਂਗੁਏਜ ਹੋਣੀ ਚਾਹੀਦੀ, ਉਹ ਦੇਸ਼ ਦੀ ਸੱਭਿਅਤਾ ਦਾ ਦੇ ਸੰਸਕ੍ਰਿਤੀ ਦੇ ਸੰਵਿਧਾਨ ਦੇ ਖਿਲਾਫ ਨਹੀਂ। ਜਦ ਤੁਸੀਂ ਕਹਿੰਦੇ ਕਿ ਇੱਥੇ ਹਿੰਦੂ ਰਾਸ਼ਟਰ ਬਣਨਾ ਚਾਹੀਦਾ, ਕਿ ਉਹ ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਏਕਤਾ ਤੇ ਨਹੀਂ ਖਤਰਾ ਹੈਗਾ? ਫਿਰ ਕੀ ਗੱਲ, ਇਹਨਾਂ ਦੇ ਜਿਹੜੇ ਚੀਫ ਨੇ RSS ਦੇ ਮੋਹਨ ਭਾਗਵਤ ਸਾਹਿਬ, ਉਸ ਤੇ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ ਹੈਗਾ? ਕੰਗਣਾ ਰਣੌਤ ਨੂੰ ਲੱਗਦਾ ਸੀ ਕਿ ਸ਼ਾਇਦ ਮੈਨੂੰ ਬੀਜੇਪੀ ਵਾਲੇ ਟਿਕਟ ਦੇ ਦੇਣ, ਸ਼ਾਇਦ ਹੁਣ ਵੀ ਦੇ ਦੇਣ ਉਹਨਾਂ ਨੂੰ। 2024 ਦੇ ਵਿੱਚ ਉਹਨੇ ਵੀ ਦਲਜੀਤ ਦੋਸਾਂਝ ਨੂੰ ਖਾਲਿਸਤਾਨੀ ਕਹਿ ਦਿੱਤਾ ਹੈ। ਮਤਲਬ ਜਿਹੜੇ ਬੀਜੇਪੀ ਨੇ ਜਿਹੜਾ ਸਮਾਜ ਦੇ ਵਿੱਚ ਜ਼ਹਿਰ ਘੋਲ ਦਿੱਤਾ ਹੈਗਾ ਨਾ ਜੀ, ਉਹ ਜਿਹੜਾ ਘੋਲ ਦਾ ਜਿਹੜਾ ਨੁਕਸਾਨ ਆ, ਉਹ ਇੰਡੀਆ ਨੂੰ ਅੱਜ ਨਹੀਂ, ਕੱਲ ਨਹੀਂ, ਪਰਸੋਂ ਇੱਕ ਰੋਜ਼ ਹੋਊਗਾ। ਗਵਾਂਢੀਆਂ ਤੋਂ ਡਰੂਗਾ। ਜਿਨ੍ਹਾਂ ਨੇ ਪੋਸਟਰ ਪਾੜੇ ਆ, ਆਧਾਰ ਕੀ ਬਣਾ ਰਿਹਾ? ਆਧਾਰ ਇਹ ਬਣਾ ਰਿਹਾ ਕਿ ਉਹਨੇ ਕੋਈ ਪੋਸਟ ਸਾਂਝੀ ਕੀਤੀ ਸੀ, ਉਹ ਪੋਸਟ ਦੇ ਵਿੱਚ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਸ਼ੁਭ ਨੇ? ਜਿਹੜਾ AP ਢਿੱਲੋਂ ਤੇ ਬਾਇਓਪਿਕ, ਉਹਨੇ ਸ਼ੂਜ਼ ਕਿਤੇ ਪਾਲੇ, ਉਹਦੇ ਚ ਸ਼ੂਜ਼ ਦੇ ਵਿੱਚ ਰੰਗ ਕੇਸਰੀ ਆ ਗਿਆ। ਬੇਵਕੂਫਾਂ ਦਾ ਦੇਸ਼ ਬਣਾ ਦਿੱਤਾ ਗਿਆ ਹੈਗਾ। ਉਹ ਪਿਛਲਵੀਂ 16ਵੀਂ ਸਦੀ, 14ਵੀਂ ਸਦੀ, 13ਵੀਂ ਸਦੀ ਕਿ ਇੱਥੇ ਮੰਦਰ ਲੁੱਟਦੇ ਰਹੇ ਆਗੇ ਮਹਿਮੂਦ ਗਜ਼ਨਵੀ, ਗੌਰੀ ਵਰਗੇ, ਤੇ ਕਹਿੰਦੇ ਕਿ ਭਗਵਾਨ ਆਪੇ ਰੱਖਿਆ ਕਰੂਗਾ। ਕੀ ਇੱਕ ਜੇ ਮੰਨ ਲਓ ਪੋਸਟਰ ਸ਼ੇਅਰ ਕਰ ਦਿੱਤਾ ਹੈਗਾ, ਉਹਦੇ 'ਚ ਕੀ ਹੈ? ਗੁਨਾਹ ਵਾ। ਸਾਰੀ ਦੁਨੀਆ ਨੂੰ ਪਤਾ। ਇੱਦਾਂ ਦੇ ਇੱਕ ਪੰਜਾਬ ਇੱਕ ਬਹੁਤ ਵੱਡਾ ਸੀ। ਪੰਜਾਬ ਤੇ ਇੱਕ ਇੱਥੋਂ ਲੈ ਕੇ ਸਤਲੁਜ ਤੋਂ ਲੈ ਕੇ ਖੈਬਰ ਤੱਕ ਸੀ, ਤੇ ਜੇ ਨਕਸ਼ਾ ਉਹਦੇ 'ਤੇ ਸ਼ੇਅਰ ਕਰ ਦਾਂਗੇ ਤਾਂ ਇਹਦੇ 'ਚ ਪ੍ਰੋਬਲਮ ਆ ਜੂਗੀ ਕਿਸੇ ਨੂੰ। ਪੰਜਾਬ ਪੁਲਿਸ ਨੇ ਕੀ ਕੀਤਾ ਹੈ ਕਿ ਜਿਹੜਾ ਖਾਲਸਾ ਰਾਜ ਦਾ ਝੰਡਾ ਹੈ ਉਹਨੂੰ ਖਾਲਿਸਤਾਨੀਆਂ ਦਾ ਬਣਾ ਦਿੱਤਾ। ਪੰਜਾਬ ਪੁਲਿਸ ਦੇ SSP ਲੈਵਲ ਦੇ ਅਧਿਕਾਰੀਆਂ ਨੇ ਸ਼ੁਭ ਦੇ ਜ਼ਰੀਏ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ। ਸਿੱਖਾਂ ਤੋਂ ਬਗੈਰ ਇੰਡੀਆ ਦਾ ਗੁਜ਼ਾਰਾ ਨਹੀਂ, ਇਹ ਮੋਦੀ ਨੂੰ ਵੀ ਪਤਾ। ਹਰ ਧਰਮ ਦੇ ਵਿੱਚ 2.5 ਕੀ ਟੋਟੜੂ ਨੇ। ਉਹ ਸਿੱਖਾਂ ਦੇ ਵਿੱਚ ਵੀ ਹੈਗੇ, ਉਹ ਹਿੰਦੂਆਂ ਦੇ ਵਿੱਚ ਵੀ ਹੈਗੇ, ਉਹ ਮੁਸਲਮਾਨਾਂ ਦੇ ਵਿੱਚ ਵੀ ਹੈਗੇ, ਉਹ ਸਾਈਆਂ ਦੇ ਵਿੱਚ ਵੀ ਹੈਗੇ। ਸ਼ੁਭ ਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਹੈਗੀ। ਇੱਦਾਂ ਦੇ ਕਈ ਆਣੇ ਨੇ, 3-4 ਲੋਕੀ ਟੋਲੇ, ਕਦੀ ਉੱਥੇ ਹੋਣਗੇ, ਕੋਈ ਉੱਥੇ, ਕਈ ਤਾਂ ਬਹੁਤੇ ਪੇੜ ਹੁੰਦੇ ਨੇ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਅਹਿਮ ਮੁੱਦਿਆਂ ਦੀ। ਇੱਕ ਉਹ ਸਿੰਗਰ, ਇੱਕ ਉਹ ਗਾਇਕ ਜਿਸ ਨੇ ਇੰਟਰਨੈਸ਼ਨਲ ਲੈਵਲ ਤੇ ਧੂਮਾਂ ਪਾਈਆਂ ਨੇ, ਇੱਕ ਨਾਮਣਾ ਖੱਟਿਆ, ਪਰ ਉਸ ਨੂੰ ਖਾਲਿਸਤਾਨੀ ਕਹਿ ਕੇ ਉਸ ਦੇ ਪੋਸਟਰ ਤੱਕ ਪਾੜੇ ਗਏ। ਇਹ ਮੁੰਬਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਜਿਹੜਾ ਮੁਕਾਮ ਹਾਸਲ ਕਰਦਾ, ਉਪਲਬਧੀਆਂ ਹਾਸਲ ਕਰਦਾ, ਉਸ ਨੂੰ ਖਾਲਿਸਤਾਨ ਦਾ ਟੈਗ ਕਿਉਂ ਦੇ ਦਿੱਤਾ ਜਾਂਦਾ ਹੈ? ਇਸ ਦੇ ਉੱਤੇ ਵੀ ਗੱਲ ਕਰਾਂਗੇ। ਗੱਲ ਕਰ ਰਹੇ ਹਾਂ ਸਿੰਗਰ ਸ਼ੁਭ ਦੀ, ਜਿਸ ਨੇ ਧੂਮਾਂ ਪਾਈਆਂ। ਨਾਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਸਲੇ ਦੇ ਉੱਤੇ। ਪੁਲਿਸ ਦੀਆਂ ਕੋਈ ਨਾ ਕੋਈ ਨਾਕਾਮੀਆਂ ਸਾਹਮਣੇ ਆ ਜਾਂਦੀਆਂ ਨੇ। ਪੁਲਿਸ ਨਸ਼ਾ ਲਕੋ ਕੇ ਕਿਉਂ ਲੰਘਾਉਂਦੀ ਹੈ? ਹੈਰੋਇਨ ਵੀ ਫੜੀ ਗਈ ਬੀਤੇ ਦਿਨ ਦਾ ਮਸਲਾ ਸੀ, ਉਸ ਦੇ ਉੱਤੇ ਕਿਹੜਾ ਅਫਸਰ ਇਨਵੋਲਵ ਹੈ? ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀ ਕੀਤੀ ਹੈ? ਇਸ ਦੇ ਉੱਤੇ ਵੀ ਗੱਲ ਕਰਾਂਗੇ। ਨਾਲ ਇੱਕ ਹੋਰ ਅਹਿਮ ਮਸਲਾ ਹੈ, ਉਸ ਦੇ ਉੱਤੇ ਵੀ ਅਸੀਂ ਚਰਚਾ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਗੱਲ ਕਰੀਏ ਜੀ, ਕੋਈ ਗਾਇਕ ਹੋਵੇ, ਪਹਿਲਾਂ ਬੜੇ ਗਾਇਕ ਚਰਚਾ ਦੇ ਵਿੱਚ ਰਹਿੰਦੇ ਨੇ, ਪਰ ਜਦੋਂ ਇੱਕ ਖਾਸ ਟੈਗ ਦੇ ਦਿੱਤਾ ਜਾਂਦਾ ਹੈ ਜਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੰਡਣ ਵਾਲੇ ਨੇ, ਤੋੜਨ ਵਾਲੇ ਨੇ, ਪੋਸਟਰ ਤੱਕ ਪਾੜੇ ਜਾਂਦੇ ਆ, ਇਹ ਤਸਵੀਰਾਂ ਕੀ ਬਿਆਨ ਕਰਦੀਆਂ ਤੇ ਲੋਕ ਕੌਣ ਨੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਮੰਨਣਾ ਪਊਗਾ ਕਿ ਪਿਛਲੇ 9-10 ਸਾਲ ਤੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਜ਼ਹਿਰ ਇੰਨਾ ਜ਼ਿਆਦਾ ਸਮਾਜ ਦੇ ਵਿੱਚ ਘੋਲ ਦਿੱਤਾ ਗਿਆ, ਉਸ ਜ਼ਹਿਰ ਦਾ ਜਿਸ ਪਾਰਟੀ ਨੂੰ ਫਾਇਦਾ ਹੋ ਰਿਹਾ ਜਾਂ ਜਿਹੜੀ ਪਾਰਟੀ ਅੱਜ ਵੀ ਉਸ ਫਾਇਦੇ ਨੂੰ ਦੇ ਵਿੱਚ ਤਾਕ ਦੇ ਵਿੱਚ ਆ, ਉਹ ਸਾਰਿਆਂ ਨੂੰ ਪਤਾ ਹੈਗਾ ਕਿ ਕਿਵੇਂ ਜ਼ਹਿਰ ਘੋਲਿਆ ਜਾ ਰਿਹਾ। ਕਿਉਂਕਿ ਉਹਨਾਂ ਦੇ ਐਡੇ ਵੱਡੀ ਪਾਰਟੀ, ਆਈਡੀਆਂ ਉਹਨਾਂ ਦੀਆਂ ਸ਼ਿਕਾਵਾਂ ਨੇ, ਐਡਾ ਤੜਾ ਉਹਨਾਂ ਦਾ ਸੰਘ ਮਜ਼ਬੂਤ ਆ, ਗਾਂ ਉਹਨਾਂ ਦੀਆਂ ਨਿੱਕੇ ਜਥੇਬੰਦੀਆਂ ਨੇ, ਤੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਕਿ ਸਮਾਜ ਦੇ ਵਿੱਚ ਜ਼ਹਿਰ ਘੋਲਣਾ, ਕਿਉਂਕਿ ਉਹਨਾਂ ਨੂੰ ਪਤਾ ਕੋਈ ਨਾ ਕੋਈ ਅਜਿਹਾ ਮੁੱਦਾ ਖੜਾ ਕੀਤਾ ਜਾਵੇ ਜਿਹੜੇ ਲੋਕ ਡਿਵਰਟ ਹੋਣ। ਹੁਣ ਸਵਾਲ ਇਹ ਕਿ ਇੰਡੀਆ ਗੱਠਜੋੜ ਤੋਂ ਜਿਹੜੀ ਸੈਂਟਰ ਸਰਕਾਰ,
ਉਹ ਘਬਰਾਈ ਹੋਈ ਆ। ਉਹਨਾਂ ਨੂੰ ਇੰਡੀਆ ਨਾਂ ਸ਼ਬਦ ਤੋਂ ਹੀ ਖਿਝ ਚੜ ਲੱਗ ਪਈ ਹੈਗੀ। ਉਹਨਾਂ ਨੇ ਭਾਰਤ ਨਾਮ ਰੱਖਤਾ। ਹੁਣ ਲੋਕੀ ਤੇ ਇਹ ਖਦਸ਼ਾ ਕਿ ਜਿਹੜੇ ਹੁਣ ਲੱਖਾਂ ਕਰੋੜਾਂ ਹਜ਼ਾਰਾਂ ਕਰੋੜ ਰੁਪਈਆ ਕਿਤੇ ਇਸ ਤੇ ਨਾ ਖਰਚ ਕਰਦੇ ਨੇ, ਕਿਉਂਕਿ ਸਾਡੇ ਜਿਹੜੇ ਨੋਟ ਨੇ ਚਾਹੇ ਉਹ 10 ਰੁਪਏ ਚਾਹੇ 20 ਰੁਪਏ ਦਾ ਹੈ, ਉਹਦੇ ਤੇ ਕੀ ਲਿਖਿਆ ਹੈ ਰਿਜ਼ਰਵ ਬੈਂਕ ਆਫ ਇੰਡੀਆ, ਤੇ ਕਿਤੇ ਉਹ ਸਾਰੇ ਡਿਸਟਰੋਏ ਕਰਕੇ ਫਿਰ ਇੱਕ ਵਾਰ ਮੋਨੀਟਾਈਜੇਸ਼ਨ ਦਾ ਅੱਧੀ ਰਾਤ ਹੁਕਮ ਦੇ ਦੇਣਗੇ ਤੇ ਉਹਦੇ ਚ ਕੀ ਆਊਗਾ, ਜਿੱਥੇ ਆਊਗਾ ਰਿਜ਼ਰਵ ਬੈਂਕ ਆਫ ਇੰਡੀਆ ਉੱਥੇ ਕਹਿੰਦੇ ਰਿਜ਼ਰਵ ਬੈਂਕ ਆਫ ਭਾਰਤ ਆ ਜਾਊਗਾ। ਜਦੋਂ ਤੁਸੀਂ ਇਦਾਂ ਦੇ ਖੋਖਲਾਪਨ ਸਿਸਟਮ ਸਾਨੂੰ ਦੇ ਰਹੇ ਹੋ ਤੇ ਉਹਦੇ ਚ ਇਹਨਾਂ ਦੇ ਨਾਲ ਬੀਜੇਪੀ ਦੇ ਨਾਲ ਰਿਲੇਟਡ ਔਰ ਆਰਐਸਐਸ ਦੇ ਨਾਲ ਰਿਲੇਟਡ ਜਿਹੜੇ ਇਹਨਾਂ ਦੇ ਛੋਟੇ ਮੋਟੇ ਹੋਰ ਹੈ ਇਹਨਾਂ ਦੀਆਂ ਜਥੇਬੰਦੀਆਂ, ਉਹਨਾਂ ਨੇ ਸਮਾਜ ਦੇ ਵਿੱਚ ਕਰਨਾ ਕੀ ਹੈ? ਇਹ ਕੁਝ ਕਰਨਾ ਸਮਾਜ ਦੇ ਵਿੱਚ। ਇੱਕ ਸਿੰਗਰ, ਪੰਜਾਬੀ ਸਿੰਗਰ, ਧਰਮ ਉਹਦਾ ਸਿੱਖ ਆ, ਸ਼ੋਭਾ 22 ਸਾਲ ਦਾ ਦੁਨੀਆ ਦੇ ਵਿੱਚ ਛਾਇਆ ਪਿਆ। ਲੋਕੀ ਤੇ ਇਹ ਮਹਿਸੂਸ ਕਰਦੇ ਨਾ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਵਰਲਡ ਵਾਈਡ ਜੇ ਕਿਸੇ ਮੁੰਡੇ ਦੀ ਜਗ੍ਹਾ ਬਣੀ ਆ ਉਹ ਸ਼ੁਭ ਦੀ ਆ। ਸ਼ੁਭ ਨੇ ਅਜਿਹਾ ਕੀ ਜੁਰਮ ਕਰ ਦਿੱਤਾ ਹੈਗਾ ਕਿ ਬੀਜੇਪੀ ਵਾਲੇ ਜਾਂ ਜਿਹੜੇ ਉਹਨਾਂ ਦੇ ਨਾਲ ਬੀਜੇਪੀ ਦਾ ਯੂਥ ਵਿੰਗ ਹੈਗਾ, ਉਹਨਾਂ ਨੂੰ ਕਾਹਦੀ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਉਹਦੇ ਪੋਸਟਰ ਪਾੜ ਦਿੱਤੇ ਗਏ ਅਤੇ ਮੁਕੱਦਮਾ ਦਰਜ ਕਰ ਦਿੱਤਾ ਜਾਵੇ ਜੀ, ਇਹਦਾ ਪ੍ਰੋਗਰਾਮ ਨਾ ਹੋਣ ਦਿੱਤਾ ਜਾਵੇ। ਤੇ ਜਦੋਂ ਦੇਸ਼ ਦੇ ਅੰਦਰ ਜਦ ਤੁਸੀਂ ਕਹਿੰਦੇ ਕਿ ਵਨ ਨੇਸ਼ਨ ਵਨ ਲੈਂਗੁਏਜ ਹੋਣੀ ਚਾਹੀਦੀ, ਉਹ ਦੇਸ਼ ਦੀ ਸੱਭਿਅਤਾ ਦਾ ਦੇ ਸੰਸਕ੍ਰਿਤੀ ਦੇ ਸੰਵਿਧਾਨ ਦੇ ਖਿਲਾਫ ਨਹੀਂ। ਜਦ ਤੁਸੀਂ ਕਹਿੰਦੇ ਕਿ ਇੱਥੇ ਹਿੰਦੂ ਰਾਸ਼ਟਰ ਬਣਨਾ ਚਾਹੀਦਾ, ਕਿ ਉਹ ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਏਕਤਾ ਤੇ ਨਹੀਂ ਖਤਰਾ ਹੈਗਾ, ਫਿਰ ਕੀ ਗੱਲ ਇਹਨਾਂ ਦੇ ਜਿਹੜੇ ਚੀਫ ਨੇ ਆਰਐਸਐਸ ਦੇ ਮੋਹਨ ਭਾਗਵਤ ਸਾਹਿਬ, ਉਸ ਤੇ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ ਹੈਗਾ। ਹੁਣ ਸਵਾਲ ਹੈ ਕਿ ਜਦੋਂ ਇੰਡੀਆ ਦੇ ਵਿੱਚ ਇਹੀ ਕਰਕੇ ਕਹਿ ਰਹੇ ਕਿ ਮਿਨੋਰਟੀ ਖੌਫ ਦੇ ਵਿੱਚ ਆ, ਚਾਹੇ ਉਹ ਸ਼ੁਭ ਦੇ ਰੂਪ ਦੇ ਵਿੱਚ ਹੋਵੇ, ਚਾਹੇ ਕਈ ਮਣੀਪੁਰ ਦੇ ਵਿੱਚ ਮਤੋਈ ਤੇ ਕਈ ਜਿਹੜਾ ਕੋਕੀ ਭਾਈਚਾਰੇ ਦਾ ਮਸਲਾ ਹੋਵੇ, ਚਾਹੇ ਮੁਸਲਿਮ ਭਾਈਚਾਰਾ ਹੋਵੇ, ਚਾਹੇ ਸਿੱਖ ਭਾਈਚਾਰੇ, ਇਸੇ ਕਰਕੇ ਖੌਫ ਦੇ ਵਿੱਚ ਦਬਾਇਆ ਜਾ ਰਿਹਾ, ਕੁਚਲਿਆ ਜਾ ਰਿਹਾ ਹੈਗਾ। ਤੁਸੀਂ ਕੰਗਨਾ ਰਣੌਤ ਨੂੰ ਲੱਗਦਾ ਸੀ ਕਿ ਸ਼ਾਇਦ ਮੈਨੂੰ ਬੀਜੇਪੀ ਵਾਲੇ ਟਿਕਟ ਦੇ ਦੇਣ, ਸ਼ਾਇਦ ਹੁਣ ਵੀ ਦੇ ਦੇਣ ਉਹਨਾਂ ਨੂੰ। 2024 ਦੇ ਵਿੱਚ ਉਹਨੇ ਵੀ ਦਲਜੀਤ ਦੋਸਾਂਝ ਨੂੰ ਖਾਲਿਸਤਾਨੀ ਕਹਿ ਦਿੱਤਾ ਹੈ। ਮਤਲਬ ਜਿਹੜੇ ਬੀਜੇਪੀ ਨੇ ਜਿਹੜਾ ਸਮਾਜ ਦੇ ਵਿੱਚ ਜ਼ਹਿਰ ਘੋਲ ਦਿੱਤਾ ਹੈਗਾ ਨਾ ਜੀ, ਉਹ ਜਿਹੜਾ ਘੋਲ ਦਾ ਜਿਹੜਾ ਨੁਕਸਾਨ ਆ ਉਹ ਇੰਡੀਆ ਨੂੰ ਅੱਜ ਨਹੀਂ ਕੱਲ ਨਹੀਂ ਪਰਸੋਂ ਇੱਕ ਰੋਜ਼ ਹੋਊਗਾ। ਗਵਾਂਢੀਆਂ ਤੋਂ ਡਰੂਗਾ। ਅੱਜ ਤੇ ਗਵਾਂਢੀ ਆਪਸੀ ਭਾਈਚਾਰਕ ਸਾਂਝ ਦੇ ਤੌਰ ਤੇ ਰਹਿ ਰਹੇ ਨੇ, ਪਰ ਕੱਲ ਨੂੰ ਜਿਵੇਂ ਜ਼ਹਿਰ ਘੋਲਿਆ ਜਾ ਰਿਹਾ, ਬੰਦਾ ਡਰੂਗਾ ਮੇਰੇ ਲਾਗੇ ਸਿੱਖ ਭਰਾ ਰਹਿੰਦਾ ਜਾਂ ਹਿੰਦੂ ਭਰਾ ਰਹਿੰਦਾ ਜਾਂ ਈਸਾਈ ਭਰਾ ਰਹਿੰਦਾ ਜਾਂ ਮੁਸਲਿਮ ਭਰਾ ਰਹਿੰਦਾ ਹੈਗਾ, ਫਿਰ ਡਰੂਗਾ ਯਾਰ ਨਹੀਂ ਮੈਂ ਉਹਦੇ ਘਰੋਂ ਕੁਝ ਖਾਣਾ ਨਹੀਂ ਜਾਂ ਪੀਣਾ ਨਹੀਂ, ਮੇਰੇ ਨਿਆਣੇ ਉਹਦੇ ਘਰ ਨਾ ਜਾਣ, ਉਹਦੇ ਨਿਆਣੇ ਮੇਰੇ ਘਰ ਨਾ ਆਉਣ। ਤੇ ਫਿਰ ਆਪਾਂ ਕਹਿੰਦੇ ਜਿਨ੍ਹਾਂ ਨੇ ਪੋਸਟਰ ਪਾੜੇ ਆ ਆਧਾਰ ਕੀ ਬਣਾ ਰਿਹਾ? ਆਧਾਰ ਇਹ ਬਣਾ ਰਿਹਾ ਕਿ ਉਹਨੇ ਕੋਈ ਪੋਸਟ ਸਾਂਝੀ ਕੀਤੀ ਸੀ, ਉਹ ਪੋਸਟ ਦੇ ਵਿੱਚ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਸ਼ੁਭ ਨੇ? ਨਹੀਂ, ਪੋਸਟਾਂ ਤੇ ਬਹੁਤ ਜ਼ਿਆਦੀਆਂ ਸਾਂਝੀਆਂ ਕਰ ਦਿੰਦੇ। ਪਿੱਛੇ ਜੋ ਸਿੰਗਰ ਜਿਹੜਾ ਏਪੀ ਢਿੱਲੋਂ ਤੇ ਬਾਇਓਪਿਕ ਆ, ਉਹਨੇ ਸ਼ੂਜ਼ ਕਿਤੇ ਪਾਲੇ, ਉਹਦੇ ਚ ਸ਼ੂਜ਼ ਦੇ ਵਿੱਚ ਰੰਗ ਕੇਸਰੀ ਆ ਗਿਆ, ਉਹਦੇ ਚ ਮਸਲਾ ਖੜਾ ਕਰ ਦਿੱਤਾ ਹੈ। ਮਤਲਬ ਬੇਵਕੂਫਾਂ ਦਾ ਦੇਸ਼ ਬਣਾ ਦਿੱਤਾ ਗਿਆ ਹੈਗਾ। ਉਹ ਪਿਛਲਵੀਂ 16ਵੀਂ ਸਦੀ 14ਵੀਂ ਸਦੀ 13ਵੀਂ ਸਦੀ ਕਿ ਇੱਥੇ ਮੰਦਰ ਲੁੱਟਦੇ ਰਹੇ ਆਗੇ ਮਹਿਮੂਦ ਗਜ਼ਨਵੀ ਗੌਰੀ ਵਰਗੇ, ਤੇ ਕਹਿੰਦੇ ਕਿ ਭਗਵਾਨ ਆਪੇ ਰੱਖਿਆ ਕਰੂਗਾ। ਹੁਣ ਇਹ ਸਵਾਲ ਹੈ ਕਿ ਜਦੋਂ ਅਸੀਂ ਮਾਨਸਿਕ ਤੌਰ ਤੇ ਇੰਨੇ ਖੋਖਲੇ ਹੋ ਚੁੱਕੇ, ਸਾਡੀ ਸਾਈਕੀ ਅਸੀਂ ਕਿਹੋ ਜਿਹੀ ਆ, ਅਸੀਂ ਕਮਜ਼ੋਰ ਹੋ ਚੁੱਕੇ ਨੇ ਸਾਈਕੀ ਤੌਰ ਤੇ, ਸਾਡੀ ਮੈਂਟਲ ਅਵਸਥਾ ਆ ਗਈ, ਅਸੀਂ ਲਾਈਲਗ ਹੋ ਗਏ। ਸਾਨੂੰ ਉਹ ਸਵੇਰ ਨੂੰ ਟੀਕਾ ਲਾ ਦਿੰਦੇ ਕਿ ਅੱਜ ਆਹ ਮਸਲਾ ਤੁਸੀਂ ਚੱਕਣਾ ਹੈਗਾ ਤੇ ਤਾਂ ਜੋ ਸਾਰੀ ਸਾਨੂੰ ਸੌਖਾ ਹੋਵੇ। ਇਸ ਮਸਲੇ ਦੇ ਵਿੱਚ ਉਹਨੇ ਕੀ ਇੱਕ ਜੇ ਮੰਨ ਲਓ ਪੋਸਟਰ ਸ਼ੇਅਰ ਕਰ ਦਿੱਤਾ ਹੈਗਾ, ਉਹਦੇ 'ਚ ਕੀ ਹੈ ਗੁਨਾਹ ਵਾ, ਸਾਰੀ ਦੁਨੀਆ ਨੂੰ ਪਤਾ। ਇੱਦਾਂ ਦੇ ਪੰਜਾਬ ਇੱਕ ਬਹੁਤ ਵੱਡਾ ਸੀ, ਪੰਜਾਬ ਤੇ ਇੱਕ ਇੱਥੋਂ ਲੈ ਕੇ ਸਤਲੁਜ ਤੋਂ ਲੈ ਕੇ ਖੈਬਰ ਤੱਕ ਸੀ, ਤੇ ਜੇ ਨਕਸ਼ਾ ਉਹਦੇ 'ਤੇ ਸ਼ੇਅਰ ਕਰ ਦਾਂਗੇ ਤੇ ਇਹਦੇ 'ਚ ਪ੍ਰੋਬਲਮ ਆ ਜੂਗੀ ਕਿਸੇ ਨੂੰ। ਇਤਿਹਾਸ ਤੇ ਇਤਿਹਾਸ ਆ, ਇਤਿਹਾਸ ਨੂੰ ਤੁਸੀਂ ਝੁਠਲਾ ਨਹੀਂ ਸਕਦੇ। ਇੱਥੇ ਪੰਜਾਬ ਪੁਲਿਸ ਨੇ ਕੀ ਕੀਤਾ ਇਹ ਕਿ ਜਿਹੜਾ ਖਾਲਸਾ ਰਾਜ ਦਾ ਝੰਡਾ ਹੈ ਉਹਨੂੰ ਖਾਲਿਸਤਾਨੀਆਂ ਦਾ ਬਣਾ ਦਿੱਤਾ ਪੰਜਾਬ ਪੁਲਿਸ ਦੇ ਐਸਐਸਪੀ ਲੈਵਲ ਦੇ ਅਧਿਕਾਰੀਆਂ ਨੇ। ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਕਿ ਬੀਜੇਪੀ ਚਾਹੁੰਦੀ ਇਹੀ ਆ, ਬੀਜੇਪੀ ਚਾਹੇ ਡਾਇਰੈਕਟ ਵੇ ਨਾਲ ਚਾਹੇ ਇਨਡਾਇਰੈਕਟ ਵੇ ਦੇ ਨਾਲ ਉਹ ਚਾਹੁੰਦੀ ਆ ਕਿ ਇੰਡੀਆ ਦੇ ਵਿੱਚ ਇੱਦਾਂ ਦੀ ਇੱਕ ਲਕੀਰ ਖਿੱਚ ਦਿੱਤੀ ਜਾਵੇ, ਕਿਉਂਕਿ ਲੜਾਈ ਸਿਆਸਤ ਦੇ ਵਿੱਚ ਹੁੰਦੀ ਆ 59-51 ਦੀ, ਇੱਥੇ ਲੜਾਈ ਹੈਗੀ 80 ਦੀ। 80% ਦੀ ਇੱਕ ਹਿੰਦੂ ਆ, ਬਾਕੀ 20% ਜਿਹੜੇ ਆ ਮੁਸਲਮਾਨ, ਸਿੱਖ, ਈਸਾਈ ਆ, ਜਿਹੜੇ 4 ਜਾਂ ਬੋਧੀ ਜੈਨੀ ਲਾ ਲਓ। ਹੁਣ ਜੇ ਕੋਈ ਹਿੰਦੂ ਜੇ ਸਨਾਤਨ ਧਰਮ ਬਾਰੇ ਬੋਲਦਾ, ਉਹ ਕਿਉਂਕਿ ਉਹ ਹਿੰਦੂ ਆ, ਜੋ ਕੁਝ ਮਰਜ਼ੀ ਬੋਲੀ ਜਾਵੇ। ਮੋਹਨ ਭਾਗਵਤ ਸਾਹਿਬ ਵਾਰ-ਵਾਰ ਕਰਕੇ ਹਿੰਦੂ ਰਾਸ਼ਟਰ ਬਣਾ, ਉਹ ਜੋ ਕੁਝ ਮਰਜ਼ੀ ਬੋਲੇ। ਤੇ ਜੇ ਕੋਈ ਸਿੱਖ ਬੋਲੂ ਜਾਂ ਮੁਸਲਮਾਨ ਬੋਲੂ, ਈਸਾਈ ਬੋਲੂਗਾ, ਫਿਰ ਪ੍ਰੋਬਲਮ ਆ ਜੂ ਕਿ ਨਹੀਂ ਜੀ ਇਹ ਦੇਸ਼ ਨੂੰ ਤੋੜਦੇ ਨੇ। ਅਸਲ ਦੇ ਵਿੱਚ ਦੇਸ਼ ਨੂੰ ਤੋੜਦਾ ਕੌਣ ਆ? ਇਹ ਲੋਕ ਨੇ ਕੁਰਸੀਆਂ ਦੇ ਖਾਤਰ। ਜਿਸ ਕੰਟਰੀ ਦੇ ਵਿੱਚ ਕਈ ਸਾਲਾਂ ਤੋਂ, ਕਈ ਸਦੀਆਂ ਤੋਂ, ਆਪਾਂ ਕਹਿੰਦੇ 1947 ਤੋਂ ਲਾ 1947 ਤੋਂ ਲੈ ਕੇ ਹੁਣ ਤੱਕ ਜਿਸ ਦੇਸ਼ ਦੇ ਵਿੱਚ 80% ਦੀ ਹਿੰਦੂ ਭਾਈਚਾਰੇ ਦੇ ਅਫਸਰ, ਪ੍ਰਾਈਮ ਮਿਨਿਸਟਰ ਉਹਨਾਂ ਦੇ ਬਣਦੇ, ਰਾਸ਼ਟਰਪਤੀ ਉਹਨਾਂ ਦੇ ਬਣਦੇ, ਹੋਮ ਮਿਨਿਸਟਰ ਉਹਨਾਂ ਦੇ ਬਣਦੇ, ਕੈਬਨਿਟ ਸੈਕਟਰੀ ਉਹਨਾਂ ਦਾ ਬਣਦੇ, ਰਾਸ਼ਟਰਪਤੀ ਉਹਨਾਂ ਦੇ ਬਣਦੇ, ਤੇ ਫਿਰ ਵੀ ਤੁਸੀਂ ਮਿਨੋਰਟੀ ਨੂੰ ਟਾਰਗੇਟ ਕਰੋਗੇ, ਸ਼ੁਭ ਨੂੰ ਟਾਰਗੇਟ ਕਰੋਗੇ। ਸ਼ੁਭ ਦੇ ਜ਼ਰੀਏ
ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ, ਜਾਂ ਪਹਿਲਾਂ ਦਲਜੀਤ ਦੋਸਾਂਝ ਦੇ ਮਸਲੇ ਦੇ ਵਿੱਚ, ਜਾਂ ਜੇ ਆਪਾਂ ਕਹਿਣ ਨੂੰ ਤਾਂ ਚਲੋ ਕਿ ਅਸੀਂ ਪੰਜਾਬੀ ਆ, ਸਿੱਖ ਆ, ਬੜੇ ਸੈਕੂਲਰ ਆ, ਅਸੀਂ ਉਹ ਇਹਨਾਂ ਵਰਗੀ ਸਾਡੀ ਜ਼ਹਿਰੀਲੀ ਸੋਚ ਨਹੀਂ ਆ, ਸਾਡੀ ਕੌੜੀ ਸੋਚ ਨਹੀਂ ਆ, ਅਸੀਂ ਤਾਂ ਸਰਬੱਤ ਦੇ ਭਲੇ ਨਾਲ ਚੱਲਦੇ। ਕਹਿਣ ਨੂੰ ਤਾਂ ਵੈਸੇ ਉਹ ਸਿੱਖਾਂ ਦਾ ਅੰਦੋਲਨ ਸੀ, ਨਹੀਂ ਇਹ ਪੰਜਾਬੀਆਂ ਦਾ ਅੰਦੋਲਨ। ਸਿੱਖਾਂ ਨੂੰ ਕਦੀ ਪਾਕਿਸਤਾਨੀ ਕਿਹਾ, ਖਾਲਿਸਤਾਨੀ ਕਿਹਾ, ਮਾਇਓਵਾਦੀ ਕਿਹਾ, ਤੇ ਸਿੱਖਾਂ ਤੋਂ ਬਗੈਰ ਇੰਡੀਆ ਦਾ ਗੁਜ਼ਾਰਾ ਨਹੀਂ। ਇਹ ਮੋਦੀ ਨੂੰ ਵੀ ਪਤਾ, ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ, ਦੇਸ਼ ਦੀ ਰਾਸ਼ਟਰਪਤੀ ਨੂੰ, ਇੰਡੀਆ ਦੇ ਹਿੰਦੂ ਭਾਈਚਾਰੇ ਨੂੰ ਵੀ ਪਤਾ ਹੈਗਾ ਕਿ ਸਿੱਖਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈ ਇਸ ਮਸਲੇ ਦੇ ਵਿੱਚ। ਪਰ ਇਹ ਤੋੜਨਾ ਚਾਹੁੰਦੇ ਨੇ ਜਿਹੜੇ ਸ਼ਿਵ ਸੈਨਾ ਵਾਲੇ। ਪੰਜਾਬ 'ਚ ਕੀ ਆ, ਮੁਫਤ ਦੀਆਂ ਸਿਕਿਉਰਟੀਆਂ ਲੈ ਰਹੇ ਨੇ ਕੀ, ਤੇ ਦੂਜਾ ਬੁਲਟ ਪ੍ਰੂਫ ਜੈਕਟਾਂ ਲੈ ਰਹੇ ਨੇ, ਤੇ ਸਭ ਤੋਂ ਵੱਧ ਜ਼ਹਿਰੀਲਾ ਜ਼ਹਿਰ ਘੋਲ ਰਹੇ ਨੇ। ਉਹ ਪੂਰੇ ਇੰਡੀਆ 'ਚ ਬੰਬੇ ਤੋਂ ਲੈ ਕੇ, ਉਹਨੇ ਬੰਬੇ ਦੇ ਵਿੱਚ ਸ਼ਿਵ ਸੈਨਾ ਵਾਲੇ ਨਹੀਂ ਹੈਗੇ ਜਿੰਨੇ ਪੰਜਾਬ ਦੇ ਵਿੱਚ 25 ਨੇ। ਹਰ ਇੱਕ ਕੋਲ 10-10 ਗਨਮੈਨ ਨੇ, ਕਿਉਂਕਿ ਪੁਲਿਸ ਨੇ ਪਾਲੇ ਹੋਏ ਨੇ ਕਿ ਜਦੋਂ ਪੁਲਿਸ ਨੂੰ ਲੱਗਾ ਕਿ ਕੋਈ ਮਸਲਾ ਹੈ ਜੈ ਉਹਨਾਂ ਨੂੰ ਕਹਿੰਦੇ ਤੂੰ ਸਟੇਟਮੈਂਟ ਦੇ ਦੇ, ਡਿਵਰਟ ਕਰ ਦਿੰਦੇ ਹੈਗੇ ਨੇ। ਫ੍ਰੀ ਦੇ ਸਿਕਿਉਰਿਟੀ ਹੈਗੇ ਨੇ, ਮੰਡ ਵਰਗੇ ਨੇ ਇੱਦਾਂ ਦੇ ਲੋਕ ਜਿਨ੍ਹਾਂ ਨੂੰ ਫ੍ਰੀ ਦੀਆਂ ਸਿਕਿਉਰਿਟੀਆਂ। ਇਲਾਕੇ ਦੇ ਲੋਕ ਪਰੇਸ਼ਾਨ, ਜਾਣ ਕੇ ਇਹਨਾਂ ਨੇ ਕੁਛ ਨਾ ਕੁਛ ਅਜਿਹਾ ਪੰਗਾ ਕਰਨਾ ਹੁੰਦਾ, ਫਿਰ ਸਿਕਿਉਰਿਟੀਆਂ ਵਾਲਿਆਂ ਦੇ ਨਾਲ ਮਿਲ ਕੇ ਜੋ ਕੁਝ ਕਰਦੇ ਨੇ ਉਹ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਕੀ ਕੁਝ ਚੰਦ ਚਾੜਦੇ ਨੇ। ਹੁਣ ਸਵਾਲ ਹੈ ਕਿ ਜੇ ਬੰਬੇ ਦੇ ਵਿੱਚ ਤੁਸੀਂ ਪਾਰਦੇ ਤਾਂ ਕੀ ਹੈ, ਜਿਹੜਾ ਕਲਾਕਾਰ ਹੁੰਦਾ ਉਹਦੇ ਕੋਈ ਧਰਮ ਨਹੀਂ ਹੁੰਦਾ, ਕੋਈ ਉਹਦਾ ਜਾਤ ਨਹੀਂ ਹੁੰਦੀ, ਕੋਈ ਉਹਦਾ ਨੇਸ਼ਨ ਨਹੀਂ ਹੁੰਦਾ। ਇਦਾਂ ਦੇ ਫਿਰ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਸਿੰਗਰ ਕੰਮ ਕਰਦੇ ਸੀ, ਆ ਕੇ ਐਕਟਰ ਕੰਮ ਕਰਦੇ ਸੀ। ਇਹਦੇ 'ਚ ਕੀ ਆ, ਬਹੁਤ ਸਾਰੇ ਆ। ਹੁਣ ਅਕਸ਼ੇ ਕੁਮਾਰ ਹੋਣਾ ਨੇ ਜਦੋਂ ਹੁਣ ਚੀਕਾਂ ਪਈਆਂ ਵੀ ਕਹਿਣ ਨੂੰ ਤੂੰ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਤੋਂ ਵੱਡਾ ਰਾਸ਼ਟਰਪਤੀ ਨਹੀਂ ਆ, ਹੈ, ਤੇ ਆਪ ਤੂੰ ਕੈਨੇਡਾ ਦਾ ਪਾਸਪੋਰਟ ਬਣਾ ਲਿਆ, ਤੇ ਹੁਣ ਬਣਾਇਆ ਨਾ ਇੰਡੀਆ ਦਾ ਪਾਸਪੋਰਟ। ਮਤਲਬ ਤੁਸੀਂ ਲੋਕਾਂ ਵਾਸਤੇ ਕੰਡੇ ਬੀਜ ਰਹੇ ਹੋ। ਇਹ ਜਿਹੜੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਯੁਵਾ ਮੋਰਚਾ ਹੋਵੇ, ਚਾਹੇ RSS ਹੋਵੇ, ਜਾਂ ਹੋਰ ਕੋਈ, ਚਾਹੇ ਖਾਲਿਸਤਾਨੀ ਹੋਣ, ਚਾਹੇ ਜਿਹੜੇ ਮੁਜਾਹਿਦੀਨ ਹੋਣੇ, ਇਹ ਉਹ ਲੋਕ ਨੇ ਅਸਲ ਦੇ ਵਿੱਚ ਜਿਹੜੇ ਇੰਡੀਆ ਨੂੰ ਤੋੜਨਾ ਚਾਹੁੰਦੇ, ਜਿਹੜੇ ਹਰ ਧਰਮ ਦੇ ਵਿੱਚ 2.5 ਕੀ ਟੋਟੜੂ ਨੇ। ਉਹ ਸਿੱਖਾਂ ਦੇ ਵਿੱਚ ਵੀ ਹੈਗੇ, ਉਹ ਹਿੰਦੂਆਂ ਦੇ ਵਿੱਚ ਵੀ ਹੈਗੇ, ਉਹ ਮੁਸਲਮਾਨਾਂ ਦੇ ਵਿੱਚ ਵੀ ਹੈਗੇ, ਉਹ ਸਾਈਆਂ ਦੇ ਵਿੱਚ ਵੀ ਹੈਗੇ, ਜਿਹੜੇ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਦੇ ਹੈਗੇ ਨੇ ਵੀ ਤੁਹਾਡੇ ਆਹ ਕਰ ਦਿਓ, ਤੁਹਾਡੀਆਂ ਬਿਮਾਰੀਆਂ। ਪਿੱਛੇ ਜੇ ਕਹਿੰਦੇ ਇੱਕ ਆਪਣੇ ਆਪ ਨੂੰ ਬੜਾ ਵੱਡਾ ਪਾਸਟਰ ਸਮਝਦਾ ਸੀ, ਲੋਕਾਂ ਦੇ ਡਰਾਮੇ ਕਰਕੇ, ਜਾਦੂ ਟੂਣੇ ਜੇ ਕਰਕੇ ਕਿ ਤੁਹਾਡੀਆਂ ਧੀਆਂ ਭੈਣਾਂ ਮੈਂ ਬੱਚੇ ਠੀਕ ਕਰ ਦੂੰਗਾ। ਆਪਣੀ ਕੁੜੀ ਪਣੀ ਕਿਹੜੇ ਵਰਲਡ ਦੇ ਹਸਪੀਟਲਾਂ 'ਚੋਂ ਇਲਾਜ ਕਰਵਾ ਕੇ ਠੀਕ ਹੋਈ ਹੈ ਨਾ। ਇਹ ਉਹ ਲੋਕ ਨੇ ਅਸਲ ਦੇ ਵਿੱਚ ਇਹ ਦੇਸ਼ ਦੇ ਵਿਰੋਧੀ ਆ ਗਏ ਨੇ। ਤੇ ਹੁਣ ਬੀਜੇਪੀ ਦਾ ਜਿਹੜਾ ਇਹ ਬੀਜੇਪੀ ਦਾ ਭਾਵੇਂ ਕੋਈ ਵਰਕਰ ਹੋਵੇ, ਭਾਵੇਂ ਜਿਹੜਾ ਯੁਵਾ ਮੋਰਚਾ, ਇਟ ਮੀਨ ਬੀਜੇਪੀ ਆ, ਬੀਜੇਪੀ ਮੀਨ ਇਟ ਮੀਨ RSS ਆ। ਤੇ ਇੱਕ ਮਸਲਾ ਹੋਰ ਆਇਆ ਸੀ, ਅਰਸ਼ਦੀਪ ਦਾ ਕੈਚ ਕੀ ਛੁੱਟਿਆ ਸੀ, ਸਾਰਿਆਂ ਨੂੰ ਯਾਦ ਹੋਣਾ। ਅਰਸ਼ਦੀਪ ਨੇ ਪਹਿਲਾਂ ਜਦੋਂ ਵਿਕਟਾਂ ਲਾਈਆਂ ਤੇ ਕਹਿੰਦੇ ਵਾਹ ਸਰਦਾਰ ਜੀ, ਜਦੋਂ ਕੈਚ ਛੁੱਟਿਆ ਤੇ ਕਹਿੰਦੇ ਵੀ ਖਾਲਿਸਤਾਨੀ ਹੈ। ਬਸ ਉਹੀ ਮੈਂ ਕਹਿੰਦਾ, ਬੀਜੇਪੀ ਦੇ ਆਉਣ ਦੇ ਨਾਲ ਇੰਡੀਆ ਦੇ ਵਿੱਚ ਜ਼ਹਿਰ ਬਹੁਤ ਘੋਲਿਆ ਗਿਆ। ਸਚਿਨ ਤੇਂਦੁਲਕਰ ਫੋਕਾ ਇੱਕ ਭਾਰਤ ਦਾ ਦੇਵਤਾ ਬਣ ਚੁੱਕਾ ਕ੍ਰਿਕਟਰ ਦੇ ਵਿੱਚ, ਉਸ ਤੋਂ ਵੱਡਾ ਫੋਕਾ ਜਿਹਨੇ ਸਾਰੀ ਉਮਰ ਆਪਣੇ ਵਾਸਤੇ ਖੇਡਿਆ ਗਿਆ। ਬਟ ਉਹ ਹਿੰਦੂ ਹੀ 36 ਵਾਰ ਉਹ ਆਊਟ ਹੋਇਆ ਸੈਂਚਰੀ ਬਣਾਉਣ ਦੇ ਚੱਕਰ 'ਚ, ਕਿ ਮੈਂ ਆਊਟ ਨਹੀਂ, ਮੈਂ ਸੈਂਚਰੀ ਬਣਾਈ ਆ। ਉਹਨੂੰ ਤਾਂ ਕਿਸੇ ਨੇ ਕਿਹਾ ਨਹੀਂ ਹੈਗਾ। ਸੌਰਵ ਗੰਗੂਲੀ ਨੂੰ ਕਿਸੇ ਨੇ ਕਿਹਾ ਨਹੀਂ, ਵਿਰਾਟ ਕੋਹਲੀ ਨੂੰ ਕਿਸੇ ਨੇ ਨਹੀਂ ਕਿਹਾ, ਮਹਿੰਦਰ ਸਿੰਘ ਧੋਨੀ ਨੂੰ ਨਹੀਂ ਕਿਹਾ ਗਿਆ। ਕੱਲ ਕਿੰਨੇ ਆਊਟ ਹੋ ਗਏ ਮੈਚ ਦੇ ਵਿੱਚ? ਨਹੀਂ। ਜੇ ਉੱਥੇ ਸਿੱਖ ਹੋਵੇ, ਜੇ ਮੁਸਲਮਾਨ ਹੋਵੇ, ਇਟ ਮੀਨ ਹੈ ਕਿ ਇੰਡੀਆ ਦੇ ਵਿੱਚ ਇਹਨਾਂ ਲੋਕਾਂ ਨੇ ਅਹਿਸਾਸ ਕਰਵਾ ਦਿੱਤਾ ਗਿਆ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਈਸਾਈ ਹੈ। ਮੈਜੋਰਟੀ ਰਾਜ ਕਰਦੀ ਆ, ਤੇ ਮਿਨੋਰਟੀ ਨੂੰ ਉਹਨੂੰ ਕੁੱਟਣ ਦੀ ਕੋਸ਼ਿਸ਼ਾਂ ਹੋ ਰਹੀਆਂ, ਡਰਾਉਣ ਦੀ, ਧਮਕਾਉਂਦੀਆਂ। ਉਹ ਕਿਸੇ ਨਾ ਕਿਸੇ ਜ਼ਰੀਆ ਲੱਭਿਆ ਜਾ ਰਿਹਾ ਹੈਗਾ। ਕਦੀ ਜਦੋਂ ਇਹਨਾਂ ਦੇ ਕੋਈ ਮੁੱਦਾ, ਕਦੀ ਪਦਮਾਵਤੀ ਤੇ ਇਸ਼ੂ ਚੱਕ ਲੈਂਦੇ ਹੈਗੇ ਨੇ, ਕਦੀ ਗਾਵਾਂ ਤੇ ਇਸ਼ੂ ਚੱਕ ਲੈਂਦੇ ਨੇ, ਕਦੀ ਹੋਰ ਕਿਸੇ ਮਸਲੇ ਤੇ ਚੱਕ ਲੈਂਦੇ ਹੈਗੇ ਨੇ। ਨੂੰਹ ਦੇ ਵਿੱਚ ਮਵਾਤ, ਜਿਹੜਾ ਪੁਰਾਣਾ ਨਾਮ ਮਵਾਤ, ਉਹਦੇ ਵਿੱਚ ਕੀ ਕੁਝ ਕੀਤਾ, ਮਣੀਪੁਰ ਦੇ ਵਿੱਚ ਕੀ ਕੁਝ ਹੋਇਆ, ਕਿਸੇ ਨੇ ਕੋਈ ਸ਼ਬਦ ਬੋਲਿਆ ਹੈਗਾ? ਨਹੀਂ। ਉੱਥੇ ਜੇ ਕੋਈ ਹੁੰਦਾ ਧਰਮ ਦੇ ਵਿੱਚ ਤੇ ਕਹਿ ਦੇਣਾ ਕਿ ਬੜਾ ਕੁਛ ਇੰਡੀਆ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਨੇ। ਚੀਨ ਕੀ ਸਾਡੇ ਨਾਲ ਕੀ ਕਰੇ, ਉਸ ਵੱਲ ਕੁਝ ਧਿਆਨ ਨਹੀਂ ਹੈਗਾ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਖੋਖਲਾ ਸਮਾਜ ਦੇ ਰਹੇ ਹੋ, ਇੱਕ ਪਾਸੇ ਜਿਵੇਂ ਚੰਦਰਯਾਨ ਦੇ ਵਿੱਚ ਜਾਂ ਵਰਲਡ ਬੈਂਕ ਦੇ ਜਿਹੜੇ ਨੇ ਸਰਦਾਰ ਨੇ, ਵੱਖਰੀ ਗੱਲ ਹੈ, ਸਾਡੇ ਕੋਲ ਕੈਬਨਿਟ ਦੇ ਵਿੱਚ ਤੁਸੀਂ ਸਰਦਾਰ ਦਿੱਤੇ ਹੋਏ ਨੇ, ਪਰ ਫਿਰ ਸਰਦਾਰਾਂ ਨੂੰ ਕੁੱਟ ਵੀ ਰਹੇ ਹੋ ਨਾ। ਤੇ ਇਸ ਮਸਲੇ ਦੇ ਵਿੱਚ ਲੱਗਦਾ ਕਿ ਉਦੋਂ ਹੀ ਆ ਜਦੋਂ ਸਾਡੀ ਦੇਸ਼ ਦੀ ਲੀਡਰਸ਼ਿਪ ਦੀ ਜਿਹੜੀ ਸੋਚ ਆ ਉਹ ਵਨ ਸਾਈਡਡ ਹੋਊਗੀ, ਵਨ ਪੱਖੀ ਹੋਊਗੀ, ਇੱਕ ਧਰਮ ਪ੍ਰਤੀ ਹੋਊਗੀ, ਇੱਕ ਭਾਈਚਾਰੇ ਪ੍ਰਤੀ ਹੋਊਗੀ, ਤਾਂ ਲਾਜ਼ਮੀ ਤੌਰ ਤੇ ਫਿਰ ਇੱਦਾਂ ਦੇ ਜਿਹੜੇ, ਚਾਹੇ ਉਹ ਯੁਵਾ ਮੋਰਚਾ ਵਾਲੇ ਹੋਣ, ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ, ਚਾਹੇ ਕੋਈ ਹੋਵੇ, ਉਹ ਸਮਾਜ ਦੇ ਵਿੱਚ ਜ਼ਹਿਰ ਘੋਲਣਗੇ। ਲਿਫਾਫੇ ਜੋ ਚੈੱਕ ਕਰਨਗੇ, ਕਿੰਨੇ ਕੁਛ ਹੋਇਆ ਵੀ ਤੁਸੀਂ ਗਾਂ ਦਾ ਮੀਟ ਲੈ ਕੇ ਜਾ ਰਹੇ, ਤੁਸੀਂ ਉਹ ਲੈ ਰਹੇ। ਧੱਕੇ ਦੇ ਨਾਲ ਤੁਸੀਂ ਜਦੋਂ ਕਿਸੇ ਨੂੰ ਦਬਾਓਗੇ,
ਅੱਜ ਦਬਾਈ ਜਾ ਰਹੇ ਜਦੋਂ ਦਬਾਉਂਦੇ ਤੇ ਫਿਰ ਕੋਈ ਵੈਕੂਮ ਬਣਦਾ, ਫਿਰ ਪ੍ਰੈਸ਼ਰ ਬਣਦਾ, ਉਦੋਂ ਸਮਾਜ ਦਾ ਨੁਕਸਾਨ ਹੁੰਦਾ। ਤੇ ਜੇ ਆਪਸ ਭਾਈਚਾਰੇ ਨੂੰ ਤੋੜ ਕੇ ਫਿਰ ਆਪਾਂ ਕਾਹਦੇ ਵਾਸਤੇ ਕਹਿੰਦੇ ਹਿੰਦੂ ਸਿੱਖ ਮੁਸਲਮਾਨ ਭਾਈ ਆਪਸ ਵਿੱਚ ਕਾਹਦੇ ਕਹਿੰਦੇ ਰਹੇ ਅਸੀਂ ਕਿਉਂ ਫਿਰ ਵਾਰ-ਵਾਰ ਕਹਿੰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਕਿਉਂ ਕਹਿੰਦੇ ਹੈਗੇ? ਫਿਰ ਬੰਦ ਕਰ ਦੇਣੀ ਚਾਹੀਦੀ ਇਹ ਚੀਜ਼ਾਂ ਹੈਗੀਆਂ। ਜੇ ਅਸੀਂ ਸਮਾਜ ਦੇ ਵਿੱਚ ਸਾਰਾ ਕੁਝ ਜ਼ਹਿਰ ਹੀ ਘੋਲਣਾ ਤੇ ਮੈਨੂੰ ਲੱਗਦਾ ਕਿ ਸ਼ੁਭ ਨੂੰ ਪ੍ਰਭਾਵ ਨਹੀਂ ਕਰਨੀ ਚਾਹੀਦੀ ਹੈਗੀ। ਇੱਦਾਂ ਦੇ ਕਈ ਆਣੇ ਨੇ 3-4 ਲੋਕੀ ਟੋਲੇ, ਕਦੀ ਉੱਥੇ ਹੋਣਗੇ ਕੋਈ ਉੱਥੇ, ਕਈ ਤਾਂ ਬਹੁਤ ਪੇੜ ਹੁੰਦੇ ਨੇ, ਪੇੜ ਟੋਲੇ ਵੀ ਹੁੰਦੇ ਹੈਗੇ ਨੇ ਵੀ ਹੰਗਾਮਾ ਕਰ ਦਿਓ, ਕਦੇ ਉਸ ਫਿਲਮ ਨੂੰ ਲੈ ਕੇ ਕੁਝ ਫਿਲਮ ਨੂੰ ਲੈ ਕੇ ਹੰਗਾਮਾ ਜਿਹਾ ਕਰਦੇ ਹੈਗੇ। ਪਰ ਜਿਹੜੇ ਸਿੰਗਰ ਨੇ ਜਾਂ ਕਲਾਕਾਰ ਨੇ, ਮੈਨੂੰ ਲੱਗਦਾ ਅਸਲ ਦੇ ਵਿੱਚ ਬਾਲੀਵੁੱਡ ਬੜੀ ਕਮਜ਼ੋਰ ਹੋ ਗਈ ਆ। ਬਾਲੀਵੁੱਡ ਵੰਡੀ ਗਈ ਹੈਗੀ ਨਾ, ਬਾਲੀਵੁੱਡ ਡਰੀ ਹੋਈ ਆ। ਜਦੋਂ ਬਾਲੀਵੁੱਡ ਡਰ ਗਿਆ, ਵੰਡਿਆ ਗਿਆ ਹੈਗਾ ਨਾ, ਉਦੋਂ ਸਮਾਜ ਦੇ ਵਿੱਚ ਇਹ ਅਸਰ ਹੋਊਗਾ। ਕੋਈ ਡਰਦੇ ਨੇ ਹੁਣ ਸਟੇਟਮੈਂਟ ਵੀ ਨਹੀਂ ਦੇਣੀ ਹੈਗੀ, ਡਰਦੇ ਨੇ ਕਿਉਂਕਿ ਸਾਰਿਆਂ ਦੀਆਂ ਤਾਰਾਂ ਕਿੱਥੋਂ ਢਿਬਰੀ ਟਾਈਟ ਕੀਤੀ ਉਹ ਸਾਰੀ ਦੁਨੀਆ ਜਾਣਦੇ ਹੈਗੇ। ਕਿਸਾਨੀ ਅੰਦੋਲਨ ਵਾਲੇ ਕਿਹੜੇ ਕੁਝ ਬੋਲੇ ਹੈਗੇ ਸੀ, ਕੌਣ ਬੋਲਿਆ? ਉਲਟਾ ਬਦਨਾਮ ਕਰਨ ਦੀ ਜਦ। ਔਰ ਕਿਸਾਨਾਂ ਤੋਂ ਬਗੈਰ ਤੁਸੀਂ ਢਿੱਡ ਕਿਤੇ ਖਾ ਲਓ? ਕੋਈ ਇੱਦਾਂ ਦੇ ਕੈਪਸੂਲ ਆ ਗਏ ਨੇ ਕਿ ਤੁਸੀਂ ਬ੍ਰੈਡ ਖਾਂਦੇ, ਮੰਨ ਲਓ ਤੁਸੀਂ ਰੋਟੀ ਨਹੀਂ ਖਾਂਦੇ, ਬ੍ਰੈਡ ਕਿਸ ਤੋਂ ਬਣਦੇ ਹੈਗੇ ਨੇ? ਦੁੱਧ ਦਹੀਂਆਂ ਖਾਂਦੇ ਕਿ ਕੌਣ ਪੈਦਾ ਕਰਦਾ ਹੈਗਾ? ਬਾਲੀਵੁੱਡ ਤਾਂ ਨਹੀਂ ਪੈਦਾ ਕਰਦੀ ਹੈਗੀ ਨਾ, ਸੈਂਟਰ ਸਰਕਾਰ ਤਾਂ ਨਹੀਂ ਪੈਦਾ ਕਰਦੀ, ਕੋਈ ਬੀਜੇਪੀ ਤਾਂ ਨਹੀਂ ਪੈਦਾ ਕਰਦੀ ਹੈਗੀ ਨਾ, ਸ਼ਿਵ ਸੈਨਾ ਤਾਂ ਨਹੀਂ ਪੈਦਾ ਕਰਦੀ ਹੈਗੀ, ਬਹੁਜਨ ਸਮਾਜ ਪਾਰਟੀ ਨਹੀਂ ਪੈਦਾ ਕਰਦੀ, ਅਕਾਲੀ ਦਲ ਨਹੀਂ ਪੈਦਾ ਕਰਦਾ, ਕਾਂਗਰਸ ਨਹੀਂ ਪੈਦਾ ਕਰਦੀ, ਲੈਫਟ ਨਹੀਂ ਪੈਦਾ ਕਰਦੇ। ਕੌਣ ਪੈਦਾ ਕਰ? ਦੇਸ਼ ਦਾ ਕਿਸਾਨ ਪੈਦਾ ਕਰਦਾ। ਤੇ ਕਿਸਾਨਾਂ ਨੂੰ ਤੁਸੀਂ ਬਦਨਾਮ ਕਰਤੇ ਲੱਗੇ ਹੋਏ ਹੋ। ਇੱਕ ਮਸਲਾ ਪੰਜਾਬ ਦਾ ਨਸ਼ਿਆਂ ਦਾ। ਬੀਤੇ ਦਿਨੀ ਹਾਲਾਂਕਿ ਘਟਨਾਵਾਂ ਬਹੁਤ ਹੋਈਆਂ, ਪਰ ਜਿਹੜੇ 2 ਪੁਲਿਸ ਮੁਲਾਜ਼ਮ ਜਿਹਦੇ ਚ ਸਬ ਇੰਸਪੈਕਟਰ ਵੀ ਸੀ, ਫਿਰੋਜ਼ਪੁਰ ਕਹਿੰਦੇ ਲੁਕੋ ਕੇ ਲੈ ਕੇ ਜਾ ਰਹੇ ਸੀ, ਉਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਕਹਿੰਦਾ ਕਿ ਸਰਕਾਰ ਤੇ ਸਾਨੂੰ ਕੋਈ ਭਰੋਸਾ ਨਹੀਂ, ਪੁਲਿਸ ਤੇ ਸਾਨੂੰ ਕੋਈ ਭਰੋਸਾ ਨਹੀਂ, ਇਹ ਤੇ ਆਪ ਮਿਲੇ ਹੋਇਆ ਚਿੱਟੇ ਨੂੰ ਲੈ ਕੇ, ਹੈਰੋਇਨ ਨੂੰ ਲੈ ਕੇ। ਇਹਦੀ ਉੱਚ ਪੱਧਰੀ ਜਾਂਚ ਹੋਵੇ, ਉਹ ਵੀ ਸਿਟਿੰਗ ਜੱਜ ਤੋਂ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਲੰਧਰ ਪੁਲਿਸ ਆ ਉਹ ਖੁਦ ਕੰਟਰੋਵਰਸ਼ੀਅਲ 'ਚ ਆ ਗਈ ਹੈਗਾ। ਔਰ ਇਹ ਇੱਕ ਹੁੰਦਾ ਕਿ ਜਲੰਧਰ ਪੁਲਿਸ ਦੀ ਲਿਆਕਤ ਤੇ ਸਵਾਲ ਖੜੇ ਹੋ ਰਹੇ ਨੇ, ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਤੁਸੀਂ ਚੋਰਾਂ ਵਾਂਗੂ ਗਏ ਤੇ ਚੋਰਾਂ ਵਾਂਗੂ ਜਦੋਂ ਤੁਸੀਂ ਜਾਂਦੇ ਤੇ ਚੋਰ ਫੜੇ ਗਏ ਹੈਗੇ। ਹੁਣ ਤੁਸੀਂ ਇੱਕ ਹੌਲਦਾਰ ਭੇਜਿਆ, ਇੱਕ ਸਬ ਇੰਸਪੈਕਟਰ ਭੇਜਿਆ, ਨਿਆਣੇ ਤੇ ਹੈ ਨਹੀਂ ਸੀ, ਪਰ ਤੁਹਾਡੀ ਬੇਈਮਾਨੀ ਸੀ। ਤੁਸੀਂ ਕਾਹਦੇ ਵਾਸਤੇ ਲੁਕਾ ਕੇ ਲੈ ਗਏ? ਹੁਣ ਤੁਸੀਂ ਇੱਕ ਬੜੀ ਸੜੀ ਜੀ ਸਟੇਟਮੈਂਟ ਦਿੱਤੀ ਹੈਗੀ ਆ ਕਿ ਜੀ ਲੋਕੀ ਨਾ ਕਿਤੇ ਖੋਹ ਲੈਣ ਨਾ। ਕਮਾਲ ਹੋ ਗਈ, ਇੰਨੀ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਗਈ ਕਿ ਪੁਲਿਸ ਵਾਲੇ ਹੋਵੇ ਯੂਨੀਫਾਰਮ ਦੇ ਵਿੱਚ ਹੋਣ ਤੇ ਲੋਕੀ ਉਹਨਾਂ ਦੇ ਨਾਲ ਇਦਾਂ ਦੇ ਖੋਹ ਲੈਣਗੇ ਸਮਾਨ। ਇਹਦਾ ਮਤਲਬ ਤੁਸੀਂ ਆਪ ਬੇਈਮਾਨ ਸੀ, ਤੁਹਾਡੇ ਕਾਲੇ ਦਿਲ ਹੈਗੇ ਸੀ। ਤੁਹਾਨੂੰ ਇਹ ਕਿ ਪੁਲਿਸ ਕੀ ਕਰਦੀ ਆ, ਪੁਲਿਸ ਕੀ ਕਰਦੀ ਆ, ਚਾਹੇ ਕੋਈ ਪੰਜਾਬ ਦੀ ਹੋਵੇ, ਚਾਹੇ ਕਿਸੇ ਇੰਡੀਆ ਦੀ ਕਿਸੇ ਹੋਰ ਸਟੇਟ ਦੀ ਪੁਲਿਸ ਹੋਵੇ। ਜੇ ਉਹਨਾਂ ਨੇ ਹਥਿਆਰ 20 ਫੜੇ, ਸ਼ੋਅ 5 ਕਰਨਗੇ। ਜੇ 20 ਕਿਲੋ ਫੜੀ, 10 ਕਿਲੋ ਸ਼ੋਅ ਕਰਨਗੇ। ਅਗਲੀ ਵਾਰ ਰੱਖ ਲਓ, ਅੱਧੀ ਇਹ ਵੇਚ ਦਿੰਦੇ ਨੇ, ਅੱਧੀ ਅਗਲੀ ਵਾਰ ਪਾ ਦਿੰਦੇ ਹੈਗੇ ਨੇ। ਕੁਝ ਤੇ ਇਹਨਾਂ ਨੇ ਨਸ਼ਾ ਹਥਿਆਰ ਵਗੈਰਾ ਰੱਖੇ ਹੁੰਦੇ ਨੇ ਕਿ ਲੋੜ ਪੈਣ ਤੇ ਕਿਹਦੇ ਸਿਰ ਤੇ ਪਾਣੇ। ਇੱਥੇ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ SSP ਪੁੱਛ ਕੇ ਲੀਡਰਾਂ ਨੂੰ ਟਰੱਕ ਦੇ ਟਰੱਕ ਜਿਹੜੇ ਉਹ ਸਾੜਨੇ ਹੁੰਦੇ ਨਾ, ਜਦੋਂ ਜਿਵੇਂ ਨਾਰਕੋਟਿਕਸ ਕੰਟਰੋਲ ਬਿਊਰੋ ਸਾੜਦੀ ਹੈ ਜਿਹੜਾ, ਇਹ ਉੱਥੇ ਦਿੰਦੇ ਰਹੇ ਨੇ ਲੀਡਰਾਂ ਨੂੰ, ਖਾਸ ਕਰਕੇ ਮਾਲਵੇ ਦੇ ਵਿੱਚ। ਪੁਲਿਸ ਵਾਲੇ ਤੇ ਸਭ ਤੋਂ ਜਿਹੜੇ ਨੇ ਇਹ ਬੇਈਮਾਨ ਇਹ ਨੇ। ਹੁਣ ਸਵਾਲ ਆ ਕਿ ਇਹ ਹੁਣ ਜਿਹੜੇ SSP ਦਿਹਾਤੀ ਦੇ ਰਹੇ ਨੇ, ਪੱਖ ਦੇ ਰਹੇ, ਦਲੀਲ ਦੇ ਰਹੇ, ਉਹ ਦਲੀਲ ਤੇ ਸਿਰੇ ਦੀ ਜ਼ੀਰੋ ਹੈਗੀ ਆ ਵੀ ਜੇ ਸਾਨੂੰ ਡਾਊਟ ਸੀ। ਮਤਲਬ ਤੁਹਾਡੀ ਇਹ ਹੈ ਕਿ ਤੁਸੀਂ ਉੱਥੋਂ ਦੀ ਪੁਲਿਸ ਦੇ ਨਾਲ ਸੰਪਰਕ ਨਹੀਂ ਕੀਤਾ ਹੈਗਾ। ਹੁਣ ਕਿਉਂਕਿ ਫਿਰੋਜ਼ਪੁਰ ਵਾਲੇ ਨੂੰ ਵੀ ਜਲੰਧਰ ਵਾਲੇ ਦੀ ਹਾਂ 'ਚ ਹਾਂ ਭਰਨੀ ਪੈਣੀ ਹੈ ਤੇ BSF, ਕਿਉਂਕਿ ਆਪਸ ਦੇ ਵਿੱਚ ਹੁੰਦੇ। BSF ਨੂੰ ਵੀ ਤਾਂ ਪੰਜਾਬ ਪੁਲਿਸ ਵਾਲਿਆਂ ਨੇ ਬਦਨਾਮ ਰਲਾ ਲਿਆ, ਆਪਣੇ ਵਰਗਾ ਹੀ ਕਰ ਲਿਆ ਹੈਗਾ। ਨਹੀਂ ਤਾਂ ਬਾਰਡਰ ਦੇ ਵਿੱਚ ਇੰਨੀ ਕਰਪਸ਼ਨ ਨਹੀਂ ਹੁੰਦੀ ਜਿੰਨੀ, ਕਿਉਂਕਿ ਬਾਰਡਰ ਵਾਲੇ ਪੁਲਿਸ ਵਾਲਿਆਂ ਨੂੰ ਪਤਾ ਕਿਵੇਂ ਕਿਸੇ ਨੂੰ ਚਾਟੇ ਲਾਉਣਾ ਹੈਗਾ। ਪੰਜਾਬ ਪੁਲਿਸ ਦੇ ਤੇ ਕਹਿੰਦੇ ਕਿ ਚੱਟੇ ਹੋਏ ਦਰਖਤ ਵੀ ਹਰੇ ਨਹੀਂ ਹੁੰਦੇ। ਜਿਵੇਂ ਹੁਣ ਪਿੱਛੇ ਜੇ ਮੋਹਾਲੀ ਦੇ ਵਿੱਚ ਕਿੰਨੇ 32 ਸਾਲ ਬਾਅਦ ਕੇਸ ਜਾ ਕੇ ਹੁਣ ਸਜ਼ਾ ਮਿਲੀ ਹੈਗੀ ਆ। ਤੇ ਜਿਵੇਂ ਪੰਜਾਬ ਪੁਲਿਸ ਨੇ ਇਸ ਮਸਲੇ ਦੇ ਵਿੱਚ ਅੱਤਵਾਦ ਦੇ ਦੌਰਾਨ, ਇਹ ਵੀ ਨਸ਼ਿਆਂ ਦਾ ਅੱਤਵਾਦ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਨਹੀਂ ਆ ਸਕਦਾ। ਇਹ ਅਸਲੀ ਇਹ ਨੇ ਸਮਾਜ ਦੇ ਵਿੱਚ ਭੇੜੀਏ ਦੇ ਰੂਪ ਦੇ ਵਿੱਚ ਕਹਿ ਸਕਦੇ। ਹੁਣ ਜਿਹੜਾ ਅਕਾਲੀ ਦਲ ਕਹਿ ਰਿਹਾ ਇਸ ਮਸਲੇ ਦੇ ਵਿੱਚ, ਇੱਕ ਹਾਈ ਕੋਰਟ ਦੇ ਜੱਜ ਨੂੰ ਜਾਂਚ ਕਰਨੀ ਚਾਹੀਦੀ ਹੈ, ਸੋ ਮੋਟੂ ਲੈਣਾ ਚਾਹੀਦਾ ਹੈਗਾ,
ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ, ਡੀਜੀਪੀ ਸਾਹਿਬ ਨੂੰ ਬੋਲਣਾ ਚਾਹੀਦਾ। ਦੇਖੋ ਡੀਜੀਪੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਤੁਸੀਂ ਆਪਣੇ ਐਸਐਸਪੀ ਨੂੰ ਪੁੱਛਿਆ, ਤੁਸੀਂ ਆਪਣੇ ਐਸਐਸਪੀ ਫਿਰੋਜ਼ਪੁਰ ਨੂੰ ਪੁੱਛਿਆ ਜਾਂ ਕਾਊਂਟਰ ਇੰਟੈਲੀਜੈਂਸ ਨੇ ਪੁੱਛਿਆ ਵੀ ਤੁਹਾਡੇ ਆਪਸੀ ਤਾਲਮੇਲ ਕਿਉਂ ਨਹੀਂ ਹੈਗਾ? ਤੁਸੀਂ ਹਫ਼ਤਿਆਂ ਬਾਅਦ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗਾਂ ਕਰਦੇ ਹੋ, ਵੈਸੇ ਫਿਜ਼ੀਕਲ ਤੌਰ ਤੇ ਮੀਟਿੰਗਾਂ ਕਰਦੇ ਹੋ। ਇਹ ਜਿਹੜੀ ਤੁਹਾਡੀ ਨਲਾਇਕੀ, ਲਾਪਰਵਾਹੀ, ਅਣਗਹਿਲੀ ਆ ਕਿ ਜਾਂ ਉਹਦੇ ਵਿੱਚ ਤੁਹਾਡੀ ਕਾਲਾ ਦਿਲ ਹੈਗਾ ਸੀ, ਬੇਈਮਾਨੀ ਸੀ ਉਹਦੇ 'ਚ। ਫਿਲਹਾਲ ਤੇ ਬੇਈਮਾਨੀ ਝਲਕਦੀ ਜਲੰਧਰ ਪੁਲਿਸ ਦੇ ਵਿੱਚ ਕਿ ਫੜੀ ਇੰਨੀ ਸੀ 1 ਕਿਲੋ 700 ਗ੍ਰਾਮ, ਸ਼ੋਅ ਇਹਨਾਂ ਨੇ ਘੱਟ ਕਰਨੀ ਹੋਊਗੀ। ਜਦ ਇੱਕ ਬੰਦਾ ਨਿਸ਼ਾਨਦੇਹੀ ਵਾਲਾ ਜਿਹੜਾ ਕੋਈ ਫੜਿਆ ਗੈਂਗਸਟਰ ਜਾਂ ਨਸ਼ੇ ਦਾ ਤਸਕਰ, ਉਹ ਜਿਹੜਾ ਨਿਸ਼ਾਨਦੇਹੀ ਤੇ ਤੁਹਾਨੂੰ ਪਤਾ ਲੱਗ ਗਿਆ ਤੇ ਫਿਰ ਤੁਸੀਂ ਚੋਰਾਂ ਵਾਂਗੂ ਗਏ, ਚੋਰ ਰਾਸਤੇ 'ਚ ਫੜੇ ਗਏ। ਲੋਕਾਂ ਨੂੰ ਸੁਪਨਾ ਹੋਣਾ ਹੈਗਾ ਅੱਜ ਕੱਲ੍ਹ ਤੇ ਪੁਲਿਸ ਦੀ ਨਕਲੀ ਵਰਦੀ ਪਾ ਕੇ ਵੀ ਕੋਈ ਵੀ ਕੰਮ ਕਰ ਸਕਦਾ ਹੈਗਾ। ਇਸ ਕਰਕੇ ਤੁਹਾਨੂੰ ਜਦੋਂ ਲੋਕਲ ਪੁਲਿਸ ਲੈ ਕੇ ਜਾਂਦੇ ਜਾਂ ਲੋਕਲ ਉੱਥੋਂ ਦਾ ਸਰਪੰਚ ਹੁੰਦਾ ਤੇ ਤੁਹਾਡੀ ਇਹ ਜਿਹੜੀ ਤੁਹਾਡੇ ਹੁਣ ਤੁਹਾਡੇ ਤੇ ਦਾਗ ਲੱਗੇ ਨੇ ਉਹ ਨਹੀਂ ਲੱਗਣੇ ਸੀ। ਹੁਣ ਅਕਾਲੀ ਦਲ ਇਸ ਮਸਲੇ ਦੇ ਵਿੱਚ, ਹੁਣ ਅਕਾਲੀ ਦਲ ਦਾ ਪੋਲੀਟੀਕਲ ਤੌਰ ਤੇ ਕਾਂਗਰਸ ਵੀ ਦਲੀਲਾਂ ਦੇ ਰਹੀ ਹੈ, ਅਕਾਲੀ ਵੀ ਦਲੀਲਾਂ ਰਹੇ, ਇੱਕ ਆਪੋਜੀਸ਼ਨ ਪਾਰਟੀ ਦੇ ਦਲੀਲਾਂ ਜਾਂ ਡਿਮਾਂਡ ਹੀ ਕਰ ਸਕਦੀ ਨਾ, ਲੇਕਿਨ ਜ਼ਿੰਮੇਵਾਰੀ ਜ਼ਿਆਦਾ ਸਰਕਾਰ ਦੀ ਬਣਦੀ ਹੈਗੀ। ਇਸ ਮਸਲੇ ਜੇ ਡੀਜੀਪੀ ਸਾਹਿਬ ਨਹੀਂ ਬੋਲਦੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਲੀਅਰ ਕਰਨੀ ਚਾਹੀਦੀ ਸਥਿਤੀ, ਕਿਉਂਕਿ ਉਹਨਾਂ ਕੋਲ ਹੋਮ ਡਿਪਾਰਟਮੈਂਟ ਦੀ ਵੀ ਉਹਨਾਂ ਕੋਲ ਜ਼ਿੰਮੇਵਾਰੀਆਂ। ਤੇ ਘੱਟੋ ਘੱਟ ਜਿਹੜੇ ਇਦਾਂ ਦੇ ਪੁਲਿਸ ਆ ਜਿਹੜੀ ਲਾਪਰਵਾਹੀ ਆ, ਆਪਸੀ ਇਹਨਾਂ ਦੇ ਤਾਲਮੇਲ ਹੈ ਨਹੀਂ, ਉਹਨਾਂ ਨੂੰ ਕੁਰਸੀ ਵੀ ਨਹੀਂ ਰਹਿਣ ਦਾ ਕੋਈ ਹੱਕ ਹੈਗਾ। ਤੁਸੀਂ ਕ੍ਰੈਡਿਟ ਵਾਰ ਦੇ ਚੱਕਰ 'ਚ ਪੁਲਿਸ ਬਦਨਾਮ ਕਰ ਲਈ। ਜੇ ਪੁਲਿਸ ਬਦਨਾਮ ਹੋਈ ਆ ਤੇ ਸਰਕਾਰ ਬਦਨਾਮ ਹੋਈ ਆ, ਜੇ ਸਰਕਾਰ ਬਦਨਾਮ ਹੋਈ ਆ ਤੇ ਕਿਉਂਕਿ ਸੂਬੇ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਉਹਨਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਆ। ਇੱਕ ਬੰਦੇ ਦੀ ਗਲਤੀ ਨਾਲ ਜਾਂ ਲਾਪਰਵਾਹੀ ਦੇ ਨਾਲ ਜਾਂ ਉਹ ਬੇਈਮਾਨੀ ਦੇ ਨਾਲ ਉਹ ਜਦੋਂ ਦਾਗ ਲੱਗਦੇ ਨੇ ਉਹ ਸਟੇਟ ਤੇ ਲੱਗਦੇ ਨੇ, ਸਟੇਟ ਤੇ ਲੱਗਦੇ ਨੇ ਇਟ ਮੀਨ ਸੂਬੇ ਦੇ ਮੁੱਖ ਮੰਤਰੀ ਦੇ ਲੱਗਦੇ ਨੇ। ਤੇ ਜਿਹੇ ਅਫਸਰ ਜਿਹੜੇ ਹੈ ਜਿਨ੍ਹਾਂ ਦੀ ਆਪਸੀ ਕੋਈ ਤਾਲਮੇਲ ਨਹੀਂ ਹੈ ਜਾਂ ਬੇਈਮਾਨੀ ਹੈ, ਮਨ 'ਚ ਕੋਈ ਖੋਟ ਹੈਗੀ, ਉਹਨਾਂ ਨੂੰ ਕੁਰਸੀਆਂ ਨਹੀਂ ਦੇਣੀਆਂ ਚਾਹੀਦੀਆਂ। ਪਰ ਹੁਣ ਇਸ ਮਸਲੇ ਹਾਈ ਕੋਰਟ ਕੀ ਕਰੇ? ਹਾਈ ਕੋਰਟ ਦੇ ਵਿੱਚ ਤੇ ਲੋਕਾਂ ਨੇ ਰੌਲਾ ਪਾ ਕੇ ਜਿਹੜੀਆਂ ਪਿਛਲੇ 6-7 ਸਾਲ ਤੋਂ ਡਰੱਗਸ ਰਿਪੋਰਟਾਂ ਬੰਦ ਸੀ ਉਹ ਖਲਾਈਆਂ। ਚੌਥੀ ਰਿਪੋਰਟ ਖੋਲ੍ਹੀ ਨਹੀਂ ਹੈਗੀ। ਚੌਥੀ ਰਿਪੋਰਟ ਦੇ ਵਿੱਚ ਕੀ ਆ ਭਾਂਬੜ ਮੱਚਣੇ ਸੀ। ਇਸ ਮਸਲੇ ਤੇ ਮੈਨੂੰ ਲੱਗਦਾ ਕਿ ਸਰਕਾਰ ਦੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਲਾਪਰਵਾਹੀਆਂ ਵੀ ਆ, ਅਣਗਹਿਲੀਆਂ ਵੀ ਆ, ਕ੍ਰੈਡਿਟ ਵਾਰ ਵੀ ਹੈਗਾ ਤੇ ਬੇਈਮਾਨੀਆਂ ਵੀ ਆ। ਹੁਣ ਸਵਾਲ ਇਹ ਆ ਕਿ ਇਹ ਨਸ਼ੇ ਦੇ ਵਿੱਚ ਸਾਬਤ ਹੋ ਚੁੱਕਾ ਕਿ ਪੁਲਿਸ ਵਾਲੇ ਮਿਲੇ ਹੋਏ ਸੀ। ਤੇ ਦੂਜਾ ਸਵਾਲ ਹੈ ਕਿ AIG ਰਾਜਜੀਤ ਸਿੰਘ ਉਹ ਕਿੱਥੇ ਆ? ਉਹ ਕਿਹਦੇ ਘਰ ਲੁਕਿਆ ਪਿਆ ਹੈਗਾ? ਜਾਂ ਵਾਕਿਆ ਉਹ ਇਸ ਟਾਈਮ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਆ? ਕਿੱਥੇ ਆ? ਉਹਨੂੰ ਕੋਈ ਨਹੀਂ ਫੜ ਰਿਹਾ ਹੈਗਾ। ਨਾ ਉਹਨੂੰ ਵਿਜੀਲੈਂਸ ਫੜ ਰਹੀ ਆ, ਨਾ ਉਹਨੂੰ ਪੰਜਾਬ ਪੁਲਿਸ ਫੜ ਰਹੀ ਆ, ਨਾ ਉਹਨੂੰ STF ਫੜ ਰਹੀ ਹੈਗਾ। ਕਿਉਂਕਿ ਜਿੱਦਣ ਉਹ ਫੜਿਆ ਗਿਆ ਰਾਜਜੀਤ ਸਿੰਘ, ਉਦੋਂ ਅੱਧੀ ਪੁਲਿਸ ਨੰਗੀ ਹੋ ਜਾਣੀ ਆ, ਅੱਧੇ ਪੋਲੀਟੀਸ਼ੀਅਨ ਨੰਗੇ ਹੋ ਜਾਣੇ। ਇਸ ਮਸਲੇ ਦੇ ਵਿੱਚ ਸਾਰੇ ਮਿਲੇ ਹੋਣੇ ਵੀ ਜੇ ਸਾਰੇ ਚਿਹਰੇ ਬੇਨਕਾਬ ਹੋ ਗਏ ਤੇ ਲੋਕਾਂ ਨੇ ਥੂ ਕਰਨੀ ਹੈਗੀ ਆ। ਇਸੇ ਕਰਕੇ ਡਰਦੇ ਉਹ ਨਹੀਂ ਹੈ ਕਿ ਰਾਜਜੀਤ ਬਦਨਾਮ ਹੋਊਗਾ, ਇਹ ਹੈ ਕਿ ਸਾਡੀਆਂ ਚੰਬੜੀਆਂ ਜਾਂ ਸਾਡੇ ਜਿਹੜੇ ਚਿਹਰੇ ਬੇਨਕਾਬ ਹੋ ਜਾਣੇ ਕਿ ਅਸੀਂ ਕਿੰਨੇ ਨਸ਼ੇ ਦੇ ਤਸਕਰਾਂ ਦੇ ਸਾਥੀ ਹੀ। ਪੰਜਾਬ ਦੇ ਵਿੱਚ ਵੈਸੇ ਤਾਂ ਜਿਹੜੀ ਸੱਤਾ ਧਿਰ ਹੈ 92 ਵਿਧਾਇਕ ਹੈ ਲੋਕਾਂ ਨੇ ਚੁਣ ਕੇ ਭੇਜੇ ਕਿ ਕਮਜ਼ੋਰ ਅਸੀਂ ਨਹੀਂ ਭੇਜਣੀ, ਮਜ਼ਬੂਤ ਸਰਕਾਰ ਭੇਜਣੀ ਹੈ। ਉਹਨਾਂ 92 ਚੋਂ ਕਹਿੰਦੇ ਪੰਜਾਬ ਦਾ ਜਦੋਂ ਮਸਲਾ ਆਉਂਦਾ ਬੋਲਦੇ ਬਹੁਤ ਘੱਟ ਹੈ। ਕੁੰਵਰ ਵਿਜੇ ਪ੍ਰਤਾਪ ਜੇ ਬੋਲੇ ਤਾਂ ਉਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਇੱਕ ਵੱਡੇ ਲੀਡਰ ਨੇ ਜਿਹੜੇ ਹਾਲਾਂਕਿ ਕਾਂਗਰਸ ਵੱਲੋਂ ਮੇਅਰ ਸੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ, ਉਹ ਕਹਿੰਦੇ ਕਾਰਵਾਈ ਕਰੋ, ਅਨੁਸ਼ਾਸਨੀ ਕਾਰਵਾਈ, ਪਾਰਟੀ ਦੇ ਵਿਰੋਧ ਗਤੀਵਿਧੀਆਂ ਕੁੰਵਰ ਵਿਜੇ ਪ੍ਰਤਾਪ ਦੀਆਂ। ਦੇਖੋ ਕਈ ਹੁੰਦੇ ਨੇ ਬਰਸਾਤੀ ਡੱਡੂ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਕਿ ਜਿਹਦੀ ਸਰਕਾਰ ਉਹਨੂੰ ਮਾਈ ਬਾਪ ਬਣਾ ਲਓ, ਕਿਉਂਕਿ ਕੰਮ ਕਰਨੇ ਹੁੰਦੇ। ਜਿਹਨੂੰ ਕੋਈ ਭੁੱਖ ਨਾ ਹੋਵੇ, ਜਿਹਨੇ ਕੋਈ ਪੈਸੇ ਨਹੀਂ ਬਣਾਉਣੇ ਹੋਵੇ, ਜਿਹਨੇ ਸੇਵਾ ਕਰਨੀ, ਉਹਨੂੰ ਆ ਵੀ ਜੇ ਪਾਰਟੀ ਨੇ ਤੈਨੂੰ ਕਿਸੇ ਨੂੰ ਅਹੁਦਾ ਦਿੱਤਾ ਫਿਰ ਤੂੰ ਉਸ ਪਾਰਟੀ ਦਾ ਹੀ ਆ, ਤੇਰੀ ਪਾਰਟੀ ਉਹੀ ਆ, ਤੇਰੀ ਖਸਮ। ਪਰ ਪੋਲਿਟਿਕਸ ਦੇ ਵਿੱਚ ਹੁਣ ਖਸਮ ਰੋਜ਼ ਬਦਲੇ ਜਾਂਦੇ ਹੈਗੇ ਨੇ। ਜੇ ਕਾਂਗਰਸ ਦੀ ਸਰਕਾਰ ਸੀ ਤੇ ਅਕਾਲੀ ਦਲ ਵੀ ਆ ਗਏ, ਝਾੜੂ ਵਾਲੇ ਵੀ, ਹੁਣ ਝਾੜੂ ਵਾਲੇ ਆ ਗਏ ਨੇ ਤੇ ਕਾਂਗਰਸ ਵੀ ਜਾ ਰਹੇ ਨੇ, ਅਕਾਲੀ ਦਲ ਵੀ ਜਾ ਰਹੇ ਨੇ, ਮੇਅਰ ਦੇ ਮੇਅਰ ਹੀ ਜਾ ਰਹੇ, ਨਗਰ ਨਿਗਮ ਦੇ ਨਗਰ ਨਿਗਮ ਵੀ ਸ਼ਾਮਲ ਹੋਈ ਜਾ ਰਹੇ। ਇਹਦਾ ਮਤਲਬ ਤੁਸੀਂ ਸਿਆਸਤ ਕੋਈ ਸੇਵਾ ਨਹੀਂ, ਤੁਹਾਨੂੰ ਪੈਸੇ ਦੀ ਭੁੱਖ, ਧੰਦਿਆਂ ਦੀ ਭੁੱਖ ਸੀ, ਚੌਧਰ ਦੀ ਭੁੱਖ ਸੀ। ਪੈਸਾ ਬਣਦਾ ਹੀ ਬਹੁਤ ਆ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਤੇ ਜਿਵੇਂ ਉਹ ਬੱਕਰੀਆਂ ਜ਼ਿਆਦਾ ਪੱਠੇ ਖਾ ਲੈਣ, ਹਰਾ ਖਾ ਲੈਣ, ਤਾਂ ਬੱਕਰੀ ਹੁੰਦੀ ਤਾਂ ਐਡੀ ਪੱਠੇ ਡੇਡਾ ਨਹੀਂ ਲੱਗ ਪੈਂਦਾ। ਅਫਰੇਵਾ ਇੱਥੇ ਪੋਲੀਟੀਸ਼ੀਅਨ ਨੂੰ ਅਫਰੇਵਾ ਹੋਇਆ ਪਿਆ ਹੈਗਾ। ਹੁਣ ਸਵਾਲ ਆ ਅੰਮ੍ਰਿਤਸਰ ਨਗਰ ਨਿਗਮ ਦਾ। ਕਰਮਜੀਤ ਸਿੰਘ ਰਿੰਟੂ ਹੈ ਤੇ ਕਾਂਗਰਸੀ ਹੀ, ਲੇਕਿਨ ਉਹਨੂੰ ਲੱਗਾ ਹੈਗਾ ਕਿ ਹੁਣ ਸਰਕਾਰ ਬਣ ਗਈ, ਆਪ ਦੀ ਮਾਰੀ ਛਾਲ ਤੇ ਚਲੋ ਮੇਅਰ ਬਣ ਗਏ। ਕਿਵੇਂ ਬਣੇ ਹੈਗੇ? ਪੂਰੀ ਦੀ ਪੂਰੀ ਕਾਂਗਰਸ ਹੀ ਲੈਣ ਦੀ। ਹੁਣ ਉੱਥੇ ਸਵਾਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਣੀ ਕਈ ਚਿੱਠੀਆਂ ਲਿਖੀਆਂ ਉਹਨਾਂ ਨੇ, ਉਹਨਾਂ ਮੁੱਦੇ ਬਿਠਾਏ, ਉਹਨਾਂ ਵੀ ਉਹਨਾਂ ਦੇ ਸਮਰਥਕਾਂ ਨੇ ਬਿਠਾਏ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਧਾਂਦਲੀਆਂ ਹੋ ਰਹੀਆਂ, ਗੜਬੜੀਆਂ ਹੋ ਰਹੀਆਂ ਨੇ। ਉਹਨਾਂ ਦੇ ਏਰੀਆ ਦੇ ਵਿੱਚ ਇੱਕ ਸੜਕ ਚੰਗੀ ਭਲੀ ਸੀ, ਉਹ ਸੜਕ ਦੁਬਾਰਾ ਰਿਪੇਅਰ ਕਰਨ ਲੱਗ ਪਈ ਕਿਉਂਕਿ ਪੈਸੇ ਪਾਸ ਕੀਤੇ।
ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਬੰਦਿਆਂ ਨੇ ਮੋਰਚਾ ਲਾ ਦਿੱਤਾ ਹੈਗਾ ਵੀ ਜਦ ਪਹਿਲੀ ਸੋਹਣੀ ਚੰਗੀ ਸੜਕ ਆ ਮਜ਼ਬੂਤ ਆ ਤਾਂ ਇਹਨੂੰ ਕਿਉਂ ਕਿਉਂਕਿ ਉਹਦੇ 'ਚ ਪੈਸੇ ਖਾਣੇ ਸੀ ਮਿਊਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਤੇ ਅਹੁਦੇਦਾਰਾਂ ਨੇ। ਹੁਣ ਕੁੰਵਰ ਵਿਜੇ ਪ੍ਰਤਾਪ ਮੁੱਦਾ ਉਠਾਇਆ, ਉਹਨੇ ਤੇ ਅੰਮ੍ਰਿਤਸਰ ਪੁਲਿਸ ਤੇ ਵੀ ਮੁੱਦਾ ਉਠਾਇਆ ਕਿ ਤੁਸੀਂ ਗੈਂਗਸਟਰਾਂ ਬਦਮਾਸ਼ਾਂ ਨਾਲ ਮਿਲੇ ਹੋਏ ਹੋ। ਪੁਲਿਸ ਥਾਣੇ ਤੇ ਅਫਸਰਾਂ ਦੇ ਥਾਣੇ ਅਫਸਰ ਦਫ਼ਤਰ ਇਹ ਕ੍ਰਿਮੀਨਲਾਂ ਦੇ ਅੱਡੇ ਬਣ ਗਏ ਹੈਗੇ ਨੇ। ਪੁਲਿਸ ਨੇ ਕੀਤਾ ਹੋਊਗਾ ਕਿ ਕੁੰਵਰ ਵਿਜੇ ਪ੍ਰਤਾਪ ਤੋਂ ਉੱਥੋਂ ਦੇ ਪੁਲਿਸ ਵਾਲੇ ਵੀ ਤੰਗ ਨੇ ਕਿਉਂਕਿ ਪੁਲਿਸ ਕੁੰਵਰ ਵਿਜੇ ਪ੍ਰਤਾਪ ਇੰਨਾ ਪੈਸਾ ਖਾਣਾ ਵਾ ਤੇ ਨਾ ਖਾਣ ਦੇਣਾ ਹੈਗਾ, ਉਹ ਤੇ ਮੈਰਿਟ ਦੇ ਕੰਮ ਕਰਦੇ ਹੈਗੇ ਨੇ। ਪੁਲਿਸ ਵਾਲਿਆਂ ਨੂੰ ਲੱਗਦਾ ਹੈ ਕਿ ਰਿੰਟੂ ਸਾਹਿਬ ਨੂੰ ਖੜਾ ਕਰਤਾ ਹੋਊਗਾ ਜਾਂ ਆਮ ਆਦਮੀ ਪਾਰਟੀ ਨੇ ਕਰਤਾ ਹੋਊਗਾ ਵੀ ਤੁਸੀਂ ਬੋਲੋ, ਕਿਉਂਕਿ ਰਿੰਟੂ ਕੋ ਇੱਕ ਜਿਹੜਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਲੈਵਲ ਦਾ ਅਹੁਦਾ ਵੀ ਹੈਗਾ। ਹੁਣ ਸਵਾਲ ਹੈ ਕਿ ਉਹਨੇ ਬੋਲ ਦਿੱਤਾ, ਹਾਲਾਂਕਿ ਮੁੱਖ ਬੁਲਾਰਾ ਤੇ ਮਾਲਵਿੰਦਰ ਸਿੰਘ ਕੰਗ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਤੁਹਾਡੀ ਸਰਕਾਰ ਬਾਰੇ ਤੁਹਾਡੇ ਐਮਐਲਏ ਦੇ ਵਿਚਾਰ ਇਹ ਨੇ, ਕੀ ਕਹਿਣਾ ਚਾਹੋਗੇ। ਹੁਣ ਰਿੰਟੂ ਸਾਹਿਬ ਨੇ ਨਾ, ਰਿੰਟੂ ਸਾਹਿਬ ਤੇ ਉਹਦੀ ਕੁੰਵਰ ਵਿਜੇ ਪ੍ਰਤਾਪ ਦੀ ਆਪਸ ਦੇ ਵਿੱਚ ਬਣਦੀ ਨਹੀਂ। ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਦੇ ਚੋਰ ਚੱਕੇ ਤੋਂ ਲੈ ਕੇ ਤੇ ਉੱਥੋਂ ਦੇ ਜਿੰਨੇ ਵੀ ਐਮਪੀ ਬਣੇ ਨੇ, ਮਿਨਿਸਟਰ ਬਣੇ, ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਉੱਥੇ ਕੁੰਵਰ ਵਿਜੇ ਪ੍ਰਤਾਪ ਹੁਣ ਏਐਸਪੀ ਵੀ ਰਹਿ ਚੁੱਕੇ ਨੇ, ਐਸਪੀ ਵੀ ਰਹਿ ਚੁੱਕੇ ਨੇ, ਐਸਐਸਪੀ ਵੀ ਰਹਿ ਚੁੱਕੇ ਨੇ, ਡੀਆਈਜੀ ਵੀ ਰਹਿ ਚੁੱਕੇ ਨੇ, ਆਈਜੀ ਵੀ ਆਉਂਦੇ ਜਾਂਦੇ ਨੇ ਘਰ ਉਹਦਾ, ਤੇ ਐਮਐਲਏ ਵੀ ਬਣ ਗਏ। ਉਹਨਾਂ ਨੂੰ ਤੇ ਸਾਰੇ ਸ਼ਹਿਰ ਦੇ ਕਿਹੜੇ ਸਾਧ ਨੇ, ਕਿਹੜੇ ਚੋਰ ਨੇ, ਕਿਹੜੇ ਸ਼ਰੀਫ ਨੇ, ਕਿਹੜੇ ਚੋਰ ਚੱਕੇ ਨੇ, ਸਾਰਿਆਂ ਬਾਰੇ ਪਤਾ। ਹੁਣ ਪੰਗਾ ਇਹ ਪੈ ਗਿਆ ਹੈਗਾ ਕਿ ਰਿੰਟੂ ਸਾਹਿਬ ਨੂੰ ਲੱਗਾ ਹੋਊਗਾ ਕਿ ਮੇਰੇ ਖਿਲਾਫ ਸ਼ਿਕਾਇਤਾਂ ਹੁੰਦੇ ਰਹਿੰਦੇ ਆ ਜਾਂ ਮੇਰੇ ਖਿਲਾਫ ਕੁੰਵਰ ਵਿਜੇ ਪ੍ਰਤਾਪ ਦੇ ਬੰਦੇ ਬੋਲਦੇ ਰਹੇ। ਉਹਨਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਤੀ ਹੈਗੀ ਕਿ ਇਹਦੇ ਖਿਲਾਫ ਅਨੁਸ਼ਾਸਨੀ ਨੂੰ ਲੈ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਫੈਸਲਾ ਪ੍ਰਿੰਸੀਪਲ ਬੁੱਧਰਾਮ ਕਰਨਗੇ ਜਾਂ ਭਗਵੰਤ ਮਾਨ ਸਾਹਿਬ ਕਰਨਗੇ ਜਾਂ ਫਿਰ ਗੱਲ ਕਰਨਗੇ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਪੰਜਾਬ 'ਚ ਸਾਰੇ ਕਰਤਾ ਧਰਤਾ ਰਾਘਵ ਚੱਡਾ ਸਾਹਿਬ ਨੇ, ਕਿਉਂਕਿ ਜਿਹੜੇ ਇਹਨਾਂ ਦੇ ਪਾਰਟੀ ਮਾਮਲਿਆਂ ਦੇ ਚਾਰਜ ਉਹ ਅੱਜ ਕੱਲ੍ਹ ਲੱਭਦੇ ਨਹੀਂ ਹੈਗੇ। ਜਰਨੈਲ ਸਿੰਘ ਹੋਣੀ, ਜ਼ਿਆਦਾ ਸੰਦੀਪ ਪਾਠਕ ਹੋਣੀ ਤੁਰੇ ਫਿਰਦੇ ਇੱਥੇ ਪੰਜਾਬ ਦੇ ਵਿੱਚ। ਹੁਣ ਸਵਾਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ 'ਤੇ ਲਾਜ਼ਮੀ ਤੌਰ 'ਤੇ ਸਿਆਸਤ ਹੋਣੀ ਸੀ, ਪਰ ਰਿੰਟੂ ਨੂੰ ਕਰਮਜੀਤ ਸਾਹਿਬ ਨੂੰ ਲੱਗਾ ਕਿ ਨਹੀਂ ਮੈਨੂੰ ਮੌਕਾ ਮਿਲਿਆ। ਉਹ ਵੀ ਮੌਕੇ ਤੇ ਚੌਕਾ ਮਾਰਨ ਦੀ ਕੋਸ਼ਿਸ਼ ਆ, ਲੇਕਿਨ ਉਸ ਲੈਵਲ ਤੇ ਅਗਰ ਆਮ ਆਦਮੀ ਪਾਰਟੀ ਕੋਈ ਵੱਡਾ ਸਟੈਂਡ ਲੈਂਦੀ ਹੈਗੀ ਆ ਜਾਂ ਕੀ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਕੁੰਵਰ ਵਿਜੇ ਪ੍ਰਤਾਪ ਨੂੰ, ਜਾਂ ਤੇ ਫਿਰ ਇਸ ਲੈਵਲ ਦਾ ਕਦਮ ਚੁੱਕੋ। ਤੇ ਜੇ ਇਸ ਲੈਵਲ ਦਾ ਕਦਮ ਚੁੱਕਦੇ ਵੀ ਹੈਗੇ ਤੇ ਕੁੰਵਰ ਵਿਜੇ ਪ੍ਰਤਾਪ ਦਾ ਲੋਕਾਂ ਨੇ ਸੁਭਾਅ ਦੇਖ ਲਿਆ ਹੈਗਾ, ਨਜ਼ਰੀਆ ਦੇਖ ਲਿਆ ਹੈਗਾ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖ ਲਿਆ ਹੈਗਾ, ਉਹਨਾਂ ਦੀ ਇਮਾਨਦਾਰੀ ਤੇ ਲੋਕੀ ਸੌਂਹਾਂ ਖਾਂਦੇ ਨੇ। ਉਹਨਾਂ ਦੇਖ ਲਿਆ ਕਿ ਜਿਹੜਾ ਬੰਦਾ ਆਈਪੀਐਸ ਦੀ ਨੌਕਰੀ ਛੱਡ ਸਕਦਾ, ਜਿਹੜਾ ਬੰਦਾ ਆਈਜੀ ਦਾ ਅਹੁਦਾ ਛੱਡ ਸਕਦਾ, ਤੇ ਉਹ ਜੇ ਐਮਐਲਏ ਵੀ ਉਹਨੂੰ ਜੇ ਕੁਰਸੀ ਛੱਡਣੀ ਪਈ ਤਾਂ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਵੱਡੀ ਗੱਲ ਤੇ ਉਹਨਾਂ ਵਾਸਤੇ ਨੇ ਜਿਹੜੇ ਪਹਿਲਾਂ ਕਾਂਗਰਸ ਦੇ ਮੇਅਰ ਹੁੰਦੇ ਸੀ, ਹੁਣ ਆਪ ਵੱਲੋਂ ਲੜ ਰਹੇ ਨੇ। ਜਿਹੜੇ ਕਾਂਗਰਸ ਦੇ ਕਦੀ ਸਰਪੰਚ ਹੁੰਦੇ ਉਹ ਹੁਣ ਆਪ ਦੇ ਸਰਪੰਚ ਬਣਦੇ ਨੇ। ਜਿਹੜੇ ਕਿਤੇ ਕਾਂਗਰਸ ਦੇ ਐਮਐਲਏ ਕਹਿੰਦੇ ਕਿ ਗਦਾਰਾਂ ਦੇ ਨਾਮ ਲਿਖੇ ਜਾਣ ਕਾਂਗਰਸ ਭਵਨ 'ਚ, ਉਹ ਅੱਜ ਕੱਲ੍ਹ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਐਮਪੀ ਬਣ ਗਏ ਨੇ। ਕੁਝ ਪੋਲਿਟਿਕਸ ਦੇ ਵਿੱਚ ਇੱਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਬੀਜੇਪੀ 'ਚ ਅੰਮ੍ਰਿਤਸਰ ਤੋਂ ਹੀ ਜਿਹਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਬੜਾ ਲਾਈਕ ਕਰਦੇ ਨੇ, ਬੀਬੀ ਲక్ష్ਮੀ ਕਾਂਤਾ ਚਾਵਲਾ, ਉਹ ਵੀ ਨਹੀਂ ਪਰਵਾਹ ਕਰਦੇ ਹੈਗੇ। ਤੇ ਮੈਨੂੰ ਲੱਗਦਾ ਲక్ష్ਮੀ ਕਾਂਤਾ ਚਾਵਲਾ ਹੋ ਗਈ ਜਾਂ ਕੁੰਵਰ ਵਿਜੇ ਪ੍ਰਤਾਪ ਹੋ ਗਏ ਜਾਂ ਪ੍ਰਗਟ ਸਿੰਘ ਹੋ ਗਏ ਜਾਂ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਹਰ ਸੱਚ ਹੀ ਬੋਲਣ ਜਾਂ ਤੱਥਾਂ ਨਾਲ ਗੱਲ ਜਾਂ ਕਿੰਤੂ ਪਰੰਤੂ ਕਰਨਾ, ਇਹ ਬੰਦੇ ਮੈਨੂੰ ਲੱਗਦਾ ਪੋਲਿਟਿਕਸ ਵਾਸਤੇ ਫਿੱਟ ਵੀ ਨਹੀਂ ਹੈਗੇ। ਲੇਕਿਨ ਫਿਰ ਵੀ ਜੇ ਫਿੱਟ ਨਹੀਂ ਹੈਗੇ ਪਰ ਪੰਜਾਬ 'ਚ ਹਿੱਟ ਵੀ ਆ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ 16 ਨੇ ਸੱਚ ਵਿੱਚ 2-3 ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਕੀ ਸੋਚਦੇ ਸਮਝਦੇ ਹੋ? ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ।